कि पहली वारी है कि पंजाब के कैबिनेट मंत्री हरदीप पुरी नूं गलबात लई किसानां नाल मैदान दे विच उतारिआ है। तोमर ने भी बिल्कुल पेशकश दोहराई है, पर नाल इह भी कहा है कि तिन्ने खेती कानून रद्द कराउण तो बगैर ਉਹਦੇ 'ਚ ਹੋਰ जो भी ਤਰਮੀਮਾਂ जो भी ਸੋਧਾਂ किसान हितां ਦੇ ਵਿੱਚ ਕੀਤੀਆਂ जा ਸਕਦੀਆਂ मैं समझदा कि पंजाब का कोई भी बाशिंदा है, पंजाब का रहने वाला, वो हर व्यक्ति चाहता है कि जिहड़ा किसान अंदोलन है, ये किसान अंदोलन खत्म होवे। इहदे लई साडे वल्लों हर प्रकार का यतन भी किया जाता है और पिछले दिनों के विच भी केंद्र सरकार नूं जां केंद्री लीडरशिप नूं पंजाब दी सरी वल्लों उत्थे जाके बेनती भी की गई है। लेकिन गल फिर उत्थे आके खड़ गई कि जिहड़े किसान प्रधान ने वो ये कहते हैं कि असीं जिहड़े ये कानून ने ये असीं रद्द कराउणे आ। ये गलबात की पेशकश जिहड़ी केवल किसान हितां दे मद्देनज़र है जां आउण वाले दिनां 'च आपां सब नूं पता ही है कि पंजाब है, यूपी है, उत्तरांचल है, विधान सभा दी चोणां भी आ रही हैं, किधरे उन्हां दा दबाव भी नज़र आ रहा है कि उस तो पहलां इस मामले का हल लभ्या जाए। इलैक्शन प्रति कोई इहो जी गल नहीं है, गल तो सिर्फ इस गल की चिंता है कि ये मसले नूं हल किया जाए। इलैक्शन ने तो अपने समय सिर होना ही है, तो इस करके इलैक्शन नाल जोड़न वाली है, किसान के हित विच जिहड़ी गल होण वाली है वो केंद्र सरकार करन नूं तैयार है। ਤੁਸੀਂ ਕਮੈਂਟ ਸੁਣਿਆ ਸੋਢੀ ਸਾਹਿਬ ਦੇ, ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਅਸੀਂ ਤਿਆਰ ਸੀ, ਪਰ ਹੁਣ ਅਸੀਂ ਫੇਰ ਪੇਸ਼ਕਸ਼ ਕੀਤੀ ਹੈ। ਹਰਦੀਪ ਪੁਰੀ ਦੀ ਗੱਲ ਕਰ ਲਈਏ, ਕੇਂਦਰੀ ਮੰਤਰੀ ਤੋਮਰ ਉਹਨਾਂ ਦੀ ਗੱਲ ਕਰ ਲਈਏ। ਸੋਢੀ ਸਾਹਿਬ ਖੁਦ ਵੀ ਕਹਿੰਦੇ ਆ ਕਿ ਪੰਜਾਬ ਦੀ ਲੀਡਰਸ਼ਿਪ ਨੇ ਵੀ ਜਾ ਕੇ ਜਿਹੜਾ ਹੈਗਾ ਕੇਂਦਰ ਦੀ ਲੀਡਰਸ਼ਿਪ ਨੂੰ ਬੇਨਤੀ ਕੀਤੀ ਹੈ ਕਿ ਕਿਸਾਨ ਮਸਲੇ ਦਾ ਜਲਦੀ ਹੱਲ ਲੱਭਿਆ ਜਾਵੇ। ਸਿੱਧੂ ਸਾਹਿਬ, ਇਹਨਾਂ ਤੋਂ ਹਾਲ ਦੀ ਘੜੀ ਕੋਈ ਆਸ ਨਹੀਂ ਦਿਸਦੀ ਹੈਗੀ, ਕਿਉਂਕਿ ਪਹਿਲੀ ਗੱਲ ਤਾਂ ਸੋਢੀ ਸਾਹਿਬ ਦੀਆਂ ਗੱਲਾਂ ਜਿਹੜੀਆਂ ਇਹਨਾਂ ਨੇ ਕਹੀਆਂ ਆ, ਹੁਣ ਇਹ ਬਹੁਤ ਵਾਰੀ ਕਹਿ ਚੁੱਕੇ ਆ ਕਿ ਕਿਸਾਨ ਸਾਡੇ ਆਂਦਾ ਤਾਂ ਕੋਈ ਨਾ ਕੋਈ ਮਸਲੇ ਦਾ ਹੱਲ ਨਿਕਲਣਾ ਚਾਹੀਦਾ। ਸਹਿਮਤੀ ਹੋ ਗਈ ਸੀ ਬਹੁਤ ਸਾਰੀਆਂ ਗੱਲਾਂ ਤੇ ਅਸੀਂ ਹੱਲ ਕਰਨਾ ਚਾਹੁੰਦੇ ਆ। ਮੇਰਾ ਤਾਂ ਸਵਾਲ ਇਹ ਆ ਕਿ ਜੇ ਤੁਸੀਂ ਹੱਲ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ ਰੋਕਿਆ ਕਿਹਨਾਂ ਨੇ ਆ? ਬਿਲਕੁਲ ਗੱਲਾਂ ਹੋਈਆਂ, 11 ਦੌਰ ਦੀ ਗੱਲਬਾਤ ਹੋਈ ਹੈ ਔਰ ਉਹਦੇ ਵਿੱਚ ਇੱਕ ਤਰ੍ਹਾਂ ਨਾਲ ਗੱਲਬਾਤ ਦੀ ਜਿਹੜੀ ਟੇਬਲ ਦੀ ਲੜਾਈ ਸੀਗੀ ਨਾ, ਉਹ ਕਿਸਾਨ ਜਿੱਤ ਚੁੱਕੇ ਆ, ਕਿਉਂਕਿ ਉਹਨਾਂ ਨੇ ਬਿਲਕੁਲ ਕੇਂਦਰ ਲੀਡਰਸ਼ਿਪ ਸਾਹਮਣੇ ਸਾਬਤ ਕਰ ਦਿੱਤਾ ਸੀਗਾ ਦਲੀਲਬਾਜ਼ੀ ਦੇ ਨਾਲ ਕਿ ਇਹ ਜਿਹੜੇ ਕਾਨੂੰਨ ਨੇ ਇਹ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ 'ਚ ਨਹੀਂ ਹੈਗੇ ਤੇ ਇਹਨਾਂ ਦੀਆਂ ਸਾਰੀਆਂ ਹੀ ਮੱਦਾਂ, ਸਾਰੇ ਹੀ ਸੈਕਸ਼ਨ ਜਿਹੜੇ ਆ ਕਿਸਾਨ ਵਿਰੋਧੀ ਹੈ। ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਸੀ ਕਿਉਂਕਿ ਤੁਹਾਡਾ ਅਧਿਕਾਰ ਖੇਤਰ ਹੀ ਹੈ ਨਹੀਂ ਔਰ ਇਹਦੀਆਂ ਸਾਰੀਆਂ ਮੱਦਾਂ ਵੀ ਕਿਸਾਨ ਵਿਰੋਧੀ ਨੇ, ਇਸ ਕਰਕੇ ਤੁਸੀਂ ਇਹਨਾਂ ਕਾਨੂੰਨਾਂ ਨੂੰ ਰੱਦ ਕਰੋ। ਨਜ਼ਰੀਏ ਦੀ ਜਿਵੇਂ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਪੰਜਾਬ ਅਤੇ ਯੂਪੀ ਦੀਆਂ ਚੋਣਾਂ ਦੇ ਮੱਦੇਨਜ਼ਰ ਕੇਂਦਰ ਵੱਲੋਂ ਸੰਘਰਸ਼ਕਾਰੀਆਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਦੀ ਇੱਕ ਨਵੇਂ ਸਿਰੇ ਤੋਂ ਖੁੱਲੀ ਪੇਸ਼ਕਸ਼ ਕੀਤੀ ਗਈ ਹੈ। ਇਹ ਪਹਿਲੀ ਵਾਰ ਹੈ ਕਿ ਕੇਂਦਰ 'ਚ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਪੁਰੀ ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਮੈਂ ਖੁੱਲ੍ਹੇ ਮਨ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹਾਂ। ਦੂਜੇ ਪਾਸੇ ਖੇਤੀ ਮੰਤਰੀ ਤੋਮਰ ਉਹਨਾਂ ਨੇ ਵੀ ਕਿਹਾ ਕਿ ਚਾਹੇ ਅੱਧੀ ਰਾਤ ਨੂੰ ਕਿਸਾਨ ਗੱਲਬਾਤ ਕਰਨ ਲਈ ਕਹਿਣ, ਮੈਂ ਤਿਆਰ ਹਾਂ। ਪਰ ਮਿੱਤਰੋ, ਸ਼ਰਤ ਇੱਕੋ ਹੀ ਹੈ ਕਿ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੋ ਸਕਦੇ। ਜੇ ਦੋਵੇਂ ਤਰ੍ਹਾਂ ਗੱਲਬਾਤ ਦੀ ਮੇਜ਼ ਤੇ ਆਉਣਗੀਆਂ, ਦਰਜਨ ਤੋਂ ਵਧੇਰੇ ਗੱਲਬਾਤ ਪਹਿਲਾਂ ਹੀ ਹੋ ਚੁੱਕੀ ਹੈ ਕਿ ਨਵੀਂ ਗੱਲਬਾਤ ਤੋਂ ਕੋਈ ਸਾਰਥਕ ਉਮੀਦ, ਸਾਰਥਕ ਸਿੱਟਿਆਂ ਦੀ ਆਸ ਕੀਤੀ ਜਾ ਸਕਦੀ ਹੈ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਪੈਨਲ 'ਚ ਇਸ ਮਸਲੇ ਨਾਲ ਸੰਬੰਧਿਤ ਕੱਦਾਵਰ ਮਹਿਮਾਨ ਦਿਆਲ ਸਿੰਘ ਸੋਢੀ ਜੀ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ, ਜਗਤਾਰ ਸਿੰਘ ਸੰਘੇੜਾ ਜੀ ਆਮ ਆਦਮੀ ਪਾਰਟੀ ਦੇ ਬੁਲਾਰੇ, ਮਲਵਿੰਦਰ ਸਿੰਘ ਕੰਗ ਨੌਜਵਾਨ ਨੇਤਾ ਜਿਹੜੇ ਕਿ ਕਿਸਾਨੀ ਸੰਘਰਸ਼ ਦੇ ਨਾਲ ਲਗਾਤਾਰ ਜੁੜੇ ਹੋਏ ਹੈ। ਤਿੰਨੇ ਮਹਿਮਾਨਾਂ ਨੂੰ ਮੈਂ ਤੁਹਾਡੇ ਸਾਰਿਆਂ ਵੱਲੋਂ ਪੈਨਲ ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਸੋਢੀ ਸਾਹਿਬ, ਪਹਿਲਾ ਸਵਾਲ ਤੁਹਾਡੇ ਕੋਲ ਹੀ ਬਣਦਾ ਹੈ, ਜਿੱਦਾਂ ਕੇਂਦਰ ਨੇ ਨਵੇਂ ਸਿਰੇ ਤੋਂ ਕਿਸਾਨਾਂ ਨਾਲ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ, ਜੋ ਮੈਂ ਕਿਹਾ ਵੀ ਹੈ ਕਿ ਪਹਿਲੀ ਵਾਰੀ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਪੁਰੀ ਨੂੰ ਗੱਲਬਾਤ ਲਈ ਕਿਸਾਨਾਂ ਨਾਲ ਮੈਦਾਨ ਦੇ ਵਿੱਚ ਉਤਾਰਿਆ ਹੈ। ਤੋਮਰ ਨੇ ਵੀ ਬਿਲਕੁਲ ਪੇਸ਼ਕਸ਼ ਦੁਹਰਾਈ ਹੈ, ਪਰ ਨਾਲ ਇਹ ਵੀ ਕਿਹਾ ਹੈ ਕਿ ਤਿੰਨੇ ਖੇਤੀ ਕਾਨੂੰਨ ਰੱਦ ਕਰਾਉਣ ਤੋਂ ਬਗੈਰ ਉਹਦੇ 'ਚ ਹੋਰ ਜੋ ਵੀ ਤਰਮੀਮਾਂ, ਜੋ ਵੀ ਸੋਧਾਂ ਕਿਸਾਨ ਹਿੱਤਾਂ ਦੇ ਵਿੱਚ ਕੀਤੀਆਂ ਜਾ ਸਕਦੀਆਂ। ਇਹ ਗੱਲਬਾਤ ਕਿੰਨੀ ਕਿ ਸਦਾ ਸਾਰਥਕ ਨਜ਼ਰ ਆ ਰਿਹਾ ਹੈ ਸੋਢੀ ਸਾਹਿਬ? देखो जगतार जी, गल इस तरह है कि चाहे वो
ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦਾ ਕੋਈ ਵਰਕਰ ਹੈ ਜਾਂ ਮੈਂਬਰ ਹੈ, ਚਾਹੇ ਕਿਸੇ ਹੋਰ ਵੀ ਜਿਹੜੇ ਸਿਆਸੀ ਪਾਰਟੀਆਂ ਦੇ ਆਗੂ ਨੇ, ਉਹਨਾਂ ਤੋਂ ਇਲਾਵਾ ਜੀ। ਮੈਂ ਸਮਝਦਾ ਕਿ ਪੰਜਾਬ ਦਾ ਕੋਈ ਵੀ ਬਾਸ਼ਿੰਦਾ ਹੈ, ਪੰਜਾਬ ਦਾ ਰਹਿਣ ਵਾਲਾ, ਉਹ ਹਰ ਵਿਅਕਤੀ ਚਾਹੁੰਦਾ ਹੈ ਕਿ ਜਿਹੜਾ ਕਿਸਾਨ ਅੰਦੋਲਨ ਹੈ, ਇਹ ਕਿਸਾਨ ਅੰਦੋਲਨ ਖਤਮ ਹੋਵੇ। ਕਿਸਾਨ ਖਤਮ ਹੋਣ ਤੋਂ ਬਾਅਦ ਜਿਹੜੇ ਕਿਸਾਨ ਆ ਉਹ ਆਪਣੇ ਘਰਾਂ ਵਿੱਚ ਆਉਣ ਤੇ ਖੇਤਾਂ ਦੇ ਵਿੱਚ ਕੰਮ ਕਰਨ। ਇਹ ਸਾਰਿਆਂ ਦੀ ਜੀ। ਸੱਚੀ ਮਨਸ਼ਾ ਹੈ ਤੇ ਇਹਦੇ ਲਈ ਸਾਡੇ ਵੱਲੋਂ ਹਰ ਪ੍ਰਕਾਰ ਦਾ ਯਤਨ ਵੀ ਕੀਤਾ ਜਾਂਦਾ ਹੈ। ਔਰ ਪਿਛਲੇ ਦਿਨਾਂ ਦੇ ਵਿੱਚ ਵੀ ਕੇਂਦਰ ਸਰਕਾਰ ਨੂੰ ਜਾਂ ਕੇਂਦਰੀ ਲੀਡਰਸ਼ਿਪ ਨੂੰ ਪੰਜਾਬ ਦੀ ਸਟੇਟ ਵੱਲੋਂ ਉੱਥੇ ਜਾ ਕੇ ਬੇਨਤੀ ਵੀ ਕੀਤੀ ਗਈ ਹੈ। ਔਰ ਸਮੇਂ-ਸਮੇਂ ਸਿਰ ਪਹਿਲਾਂ ਵੀ ਜਿਸ ਤਰ੍ਹਾਂ ਪੰਜਾਬ ਦੇ ਕੋਈ ਇੰਚਾਰਜ ਆਉਂਦੇ ਹੈ, ਉਹਨਾਂ ਦੇ ਸਾਹਮਣੇ ਵੀ ਗੱਲ ਰੱਖੀ ਜਾਂਦੀ ਹੈ ਕਿ ਇਹ ਜਿਹੜਾ ਕਿਸਾਨਾਂ ਦਾ ਮਸਲਾ ਹੈ, ਇਹਨੂੰ ਜਲਦੀ ਹੱਲ ਕਰਾਇਆ ਜਾਵੇ। ਇਹਦੇ ਲਈ ਸਾਰਥਕ ਮਾਹੌਲ ਬਣਾ ਕੇ ਇਹਦੇ ਕੋਈ ਸਾਰਥਕ ਨਤੀਜੇ ਨਿਕਲਣ, ਉਹਦੇ ਬਾਰੇ ਬੇਨਤੀ ਕਰਦੇ ਰਹਿੰਦੇ ਆ ਸਮੇਂ-ਸਮੇਂ ਤੇ। ਜੀ। ਜਿਸ ਤਰ੍ਹਾਂ ਪਹਿਲਾਂ ਵੀ ਕਿਸਾਨ ਔਰ ਕੇਂਦਰ ਦੇ ਵਿੱਚ 11 ਮੀਟਿੰਗਾਂ ਹੋਈਆਂ, ਉਹਦੇ ਵਿੱਚ ਕੁਝ ਮੁੱਦੇ ਨਿਕਲ ਕੇ ਆਏ। ਬਾਕੀ ਦੂਸਰਾ ਜਿਹੜਾ ਕਿਸਾਨਾਂ ਵੱਲੋਂ ਆਪਣੀਆਂ ਜਿਹੜੀਆਂ ਕੋਈ ਮੰਗਾਂ ਰੱਖੀਆਂ ਗਈਆਂ ਸੀਗੀਆਂ, ਉਹਦੇ ਸੰਬੰਧ ਦੇ ਵਿੱਚ ਜਿਹੜੀ ਪਹਿਲਾਂ ਚਰਚਾ ਹੋਈ, ਉਹ ਸਰਕਾਰ ਮੰਗਾਂ ਮੰਨਣ ਨੂੰ ਤਿਆਰ ਵੀ ਹੋ ਗਈ ਸੀ। ਔਰ ਉਹਨਾਂ ਨੇ ਕਹਿ ਵੀ ਦਿੱਤਾ ਸੀ ਕਿ ਅਸੀਂ ਤੁਹਾਡੇ ਮੁਤਾਬਕ ਜਿਹੜੀਆਂ ਇਹਦੇ ਵਿੱਚ ਕੋਈ ਅਮੈਂਡਮੈਂਟ ਹੈ ਉਹ ਅਸੀਂ ਕਰ ਸਕਦੇ ਹਾਂ, ਤੁਸੀਂ ਜਿਹੜਾ ਹੈਗਾ ਆਪਾਂ ਅੱਗੇ ਵਧੀਏ। ਲੇਕਿਨ ਗੱਲ ਫਿਰ ਉੱਥੇ ਆ ਕੇ ਖੜ ਗਈ ਕਿ ਜਿਹੜੇ ਕਿਸਾਨ ਭਰਾ ਨੇ ਉਹ ਇਹ ਕਹਿੰਦੇ ਨੇ ਕਿ ਅਸੀਂ ਜਿਹੜੇ ਇਹ ਕਾਨੂੰਨ ਨੇ ਇਹ ਅਸੀਂ ਰੱਦ ਕਰਾਉਣੇ ਆ। ਹੁਣ ਅਸੀਂ ਉੱਪਰ ਜੇ ਕਿਸਾਨਾਂ ਵੱਲੋਂ ਰੱਦ ਹੋਣ ਦੀ ਹੋ ਰਹੀ ਹੈ, ਤੇ ਜੇ ਖੇਤੀਬਾੜੀ ਮੰਤਰੀ ਜੀ ਨੇ ਵੀ ਬਿਆਨ ਦਿੱਤਾ ਹੈ ਕਿ ਕਿਸਾਨਾਂ ਦੀ ਕੋਈ ਵੀ ਸਮੱਸਿਆ ਹੈ, ਕਿਸਾਨ ਹਿੱਤ ਦੇ ਵਿੱਚ ਕਿਸਾਨਾਂ ਲਈ ਕੋਈ ਵੀ ਫੈਸਲੇ ਦੀ ਗੱਲ ਕਰਨੀ ਹੈ ਜਿਹਦੇ ਨਾਲ ਕਿਸਾਨ ਦਾ ਭਲਾ ਹੁੰਦਾ ਹੋਵੇ, ਉਹਦੇ ਲਈ ਕੇਂਦਰ ਦੇ ਦਰਵਾਜ਼ੇ ਨੇ। ਔਰ ਹਰਦੀਪ ਪੁਰੀ ਜੀ ਨੇ ਵੀ ਇਹ ਗੱਲ ਕੀਤੀ ਹੈ ਕਿ ਆਓ ਆਪਾਂ ਜਿਹੜਾ ਹੈਗਾ ਬੈਠ ਕੇ ਗੱਲਬਾਤ ਕਰੀਏ, ਜਿਹੜੀਆਂ ਤੁਹਾਡੀਆਂ ਕੋਈ ਗੱਲਾਂ ਨੇ ਉਹ ਕੇਂਦਰ ਸਰਕਾਰ ਮੰਨਵਾ ਕੇ ਅੰਦੋਲਨ ਨੂੰ ਖਤਮ ਕਰੀਏ। ਜੀ। ਤੁਸੀਂ ਸਾਨੂੰ ਅੱਗੇ ਸਵਾਲ ਲੈਣ ਤੋਂ ਪਹਿਲਾਂ ਇੱਕ ਸਵਾਲ ਜ਼ਰੂਰ ਹੋਰ ਲੈਣਾ ਚਾਹਾਂਗਾ, ਜਿਹੜਾ ਕਿ ਜਿਹੜੇ ਦਰਸ਼ਕ ਆ ਉਹਨਾਂ ਦੇ ਮਨਾਂ 'ਚ ਵੀ ਹੋਏਗਾ। ਇਹ ਗੱਲਬਾਤ ਦੀ ਪੇਸ਼ਕਸ਼ ਜਿਹੜੀ ਕੇਵਲ ਕਿਸਾਨ ਹਿੱਤਾਂ ਦੇ ਮੱਦੇਨਜ਼ਰ ਹੈ, ਜਾਂ ਆਉਣ ਵਾਲੇ ਦਿਨਾਂ 'ਚ ਆਪਾਂ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਹੈ, ਯੂਪੀ ਹੈ, ਉੱਤਰਾਂਚਲ ਹੈ, ਵਿਧਾਨ ਸਭਾ ਦੀਆਂ ਚੋਣਾਂ ਵੀ ਆ ਰਹੀਆਂ, ਕਿਤੇ ਉਹਨਾਂ ਦਾ ਦਬਾਅ ਵੀ ਨਜ਼ਰ ਆ ਰਿਹਾ ਕਿ ਉਸ ਤੋਂ ਪਹਿਲਾਂ ਇਸ ਮਾਮਲੇ ਦਾ ਹੱਲ ਲੱਭਿਆ ਜਾਏ। ਦੇਖੋ ਜਗਤਾਰ ਜੀ, ਜਿਹੜੀਆਂ ਚੋਣਾਂ ਨੇ, ਚੋਣਾਂ ਦਾ ਪ੍ਰੋਸੈਸ ਵੀ ਆਪਣੇ ਸਾਰੇ ਭਾਰਤ ਦੇ ਵਿੱਚ ਸਮੇਂ-ਸਮੇਂ ਸਿਰ ਚੱਲਦਾ ਰਹਿੰਦਾ ਹੈ। ਕਦੇ ਕਿਸੇ ਰਾਜਾਂ ਦੀਆਂ ਚੋਣਾਂ ਆ ਜਾਂਦੀਆਂ ਨੇ, ਜਾਂ ਕਦੇ ਕਿਸੇ ਸਟੇਟ ਦੀ ਕੋਈ ਬਾਈ ਇਲੈਕਸ਼ਨ ਆਉਂਦਾ ਹੈ। ਲੇਕਿਨ ਮੈਂ ਨਹੀਂ ਸਮਝਦਾ, ਮੈਂ ਤਾਂ ਚਲੋ ਇਲੈਕਸ਼ਨ ਦਾ ਨੇੜੇ ਆ ਗਿਆ, ਔਰ ਮੈਂ ਇਸ ਲਈ ਜਿਹੜਾ ਹੈਗਾ ਕਿ ਅੰਦੋਲਨ ਲੰਮਾ ਵੀ ਬਹੁਤ ਹੋ ਗਿਆ, ਨਹੀਂ ਹੋਣਾ ਚਾਹੀਦਾ ਸੀ। ਲੇਕਿਨ ਇਲੈਕਸ਼ਨ ਪ੍ਰਤੀ ਕੋਈ ਇਹੋ ਜਿਹੀ ਗੱਲ ਨਹੀਂ ਹੈ। ਗੱਲ ਤਾਂ ਸਿਰਫ ਇਸ ਗੱਲ ਦੀ ਚਿੰਤਾ ਹੈ ਕਿ ਇਹ ਮਸਲੇ ਨੂੰ ਹੱਲ ਕੀਤਾ ਜਾਵੇ। ਇਲੈਕਸ਼ਨ ਨੇ ਤਾਂ ਆਪਣੇ ਸਮੇਂ ਸਿਰ ਹੋਣਾ ਹੀ ਹੈ, ਸੋ ਇਸ ਕਰਕੇ ਇਲੈਕਸ਼ਨ ਨਾਲ ਜੋੜਨ ਵਾਲੀ ਗੱਲ ਹੈ। ਕਿਸਾਨ ਦੇ ਹਿੱਤ ਵਿੱਚ ਜਿਹੜੀ ਗੱਲ ਹੋਣ ਵਾਲੀ ਹੈ ਉਹ ਕੇਂਦਰ ਸਰਕਾਰ ਕਰਨ ਨੂੰ ਤਿਆਰ ਹੈ। ਥੈਂਕ ਯੂ ਵੈਰੀ ਮਚ ਸਿੰਗੜਾ ਜੀ। ਤੁਸੀਂ ਕਮੈਂਟ ਸੁਣਿਆ ਤੁਹਾਡੀ ਸਾਥ ਦੇ, ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਅਸੀਂ ਤਿਆਰ ਸੀ, ਪਰ ਹੁਣ ਅਸੀਂ ਫੇਰ ਪੇਸ਼ਕਸ਼ ਕੀਤੀ ਹੈ। ਹਰਦੀਪ ਪੁਰੀ ਦੀ ਗੱਲ ਕਰ ਲਈਏ, ਕੇਂਦਰੀ ਮੰਤਰੀ ਤੋਮਰ ਉਹਨਾਂ ਦੀ ਗੱਲ ਕਰ ਲਈਏ, ਸੋਢੀ ਸਾਹਿਬ ਖੁਦ ਵੀ ਕਹਿੰਦੇ ਆ ਕਿ ਪੰਜਾਬ ਦੀ ਲੀਡਰਸ਼ਿਪ ਨੇ ਵੀ ਜਾ ਕੇ ਜਿਹੜਾ ਹੈਗਾ ਕੇਂਦਰ ਦੀ ਲੀਡਰਸ਼ਿਪ ਨੂੰ ਬੇਨਤੀ ਕੀਤੀ ਹੈ ਕਿ ਕਿਸਾਨ ਮਸਲੇ ਦਾ ਜਲਦੀ ਹੱਲ ਲੱਭਿਆ ਜਾਵੇ। ਸਿੰਗੜਾ ਸਾਹਿਬ, ਬੜਾ ਲੰਬਾ ਸਮਾਂ ਲੰਘ ਗਿਆ, ਬਹੁਤ ਭੁਗਤਿਆ, ਕਿਸਾਨਾਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ। ਤੁਹਾਨੂੰ ਲੱਗਦਾ ਹੈ ਕਿ ਮਸਲੇ ਦੇ ਹੱਲ ਲਈ ਕੋਈ ਸਾਰਥਕ ਗੱਲਬਾਤ ਦਾ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ? ਸਿੱਧੂ ਸਾਹਿਬ, ਇਹਨਾਂ ਤੋਂ ਹਾਲ ਦੀ ਘੜੀ ਕੋਈ ਆਸ ਨਹੀਂ ਦਿਸਦੀ ਹੈਗੀ, ਕਿਉਂਕਿ ਪਹਿਲੀ ਗੱਲ ਤਾਂ ਸੋਢੀ ਸਾਹਿਬ ਦੀਆਂ ਗੱਲਾਂ ਜਿਹੜੀਆਂ ਇਹਨਾਂ ਨੇ ਕਹੀਆਂ ਆ, ਹੁਣ ਇਹ ਬਹੁਤ ਵਾਰੀ ਕਹਿ ਚੁੱਕੇ ਆ ਕਿ ਕਿਸਾਨ ਸਾਡੇ ਆਂਦਾ ਤਾਂ ਕੋਈ ਨਾ ਕੋਈ ਮਸਲੇ ਦਾ ਹੱਲ ਨਿਕਲਣਾ ਚਾਹੀਦਾ। ਸਹਿਮਤੀ ਹੋ ਗਈ ਸੀ ਬਹੁਤ ਸਾਰੀਆਂ ਗੱਲਾਂ ਤੇ ਅਸੀਂ ਹੱਲ ਕਰਨਾ ਚਾਹੁੰਦੇ ਆ। ਮੇਰਾ ਤਾਂ ਸਵਾਲ ਇਹ ਆ ਕਿ ਜੇ ਤੁਸੀਂ ਹੱਲ ਕਰਨਾ ਚਾਹੁੰਦੇ ਆ ਤਾਂ ਤੁਹਾਨੂੰ ਰੋਕਿਆ ਕਿਹਨਾਂ ਨੇ ਆ? ਬਿਲਕੁਲ ਗੱਲਾਂ ਹੋਈਆਂ, 11 ਦੌਰ ਦੀ ਗੱਲਬਾਤ ਹੋਈ ਹੈ, ਔਰ ਉਹਦੇ ਵਿੱਚ ਇੱਕ ਤਰ੍ਹਾਂ ਨਾਲ ਗੱਲਬਾਤ ਦੀ ਜਿਹੜੀ ਟੇਬਲ ਦੀ ਲੜਾਈ ਸੀਗੀ ਨਾ, ਉਹ ਕਿਸਾਨ ਜਿੱਤ ਚੁੱਕੇ ਆ, ਕਿਉਂਕਿ ਉਹਨਾਂ ਨੇ ਬਿਲਕੁਲ ਕੇਂਦਰ ਲੀਡਰਸ਼ਿਪ ਸਾਹਮਣੇ ਸਾਬਤ ਕਰਤਾ ਸੀਗਾ ਦਲੀਲਬਾਜ਼ੀ ਦੇ ਨਾਲ ਕਿ ਇਹ ਜਿਹੜੇ ਕਾਨੂੰਨ ਨੇ ਇਹ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ 'ਚ ਨਹੀਂ ਹੈਗੇ, ਤੇ ਇਹਨਾਂ ਦੀਆਂ ਸਾਰੀਆਂ ਹੀ ਮੱਦਾਂ, ਸਾਰੇ ਹੀ ਸੈਕਸ਼ਨ ਜਿਹੜੇ ਆ ਕਿਸਾਨ ਵਿਰੋਧੀ ਹੈ। ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਸੀ ਕਿਉਂਕਿ ਤੁਹਾਡਾ ਅਧਿਕਾਰ ਖੇਤਰ ਹੀ ਹੈ ਨਹੀਂ, ਔਰ ਇਹਦੀਆਂ ਸਾਰੀਆਂ ਮੱਦਾਂ ਵੀ ਕਿਸਾਨ ਵਿਰੋਧੀ ਨੇ, ਇਸ ਕਰਕੇ ਤੁਸੀਂ ਇਹਨਾਂ ਕਾਨੂੰਨਾਂ ਨੂੰ ਰੱਦ ਕਰੋ।
ਜੇ ਇਸ ਤੋਂ ਡੈਡਲੌਕ ਕ੍ਰੀਏਟ ਹੋਇਆ, ਕਿਉਂਕਿ ਉਹ ਜਿਹੜੀ ਗੱਲ ਜੇ ਹੁਣ ਕਾਨੂੰਨ ਨੂੰ ਵਿੱਚੋਂ ਜਿਹੜੇ ਆਗੂ ਕਹਿਣ ਲੱਗ ਗਿਆ ਕਿ ਤੁਸੀਂ ਵਿੱਚੋਂ ਭਾਵੇਂ ਸਾਰਾ ਹੀ ਚੇਂਜ ਕਰਾ ਲਓ ਪਰ ਅਸੀਂ ਰੱਦ ਨਹੀਂ ਕਰ ਸਕਦੇ, ਉਹਦਾ ਕੋਈ ਮਤਲਬ ਨਹੀਂ ਨਾ ਬਣਦਾ। ਗੱਲ ਉੱਥੇ ਅਟਕੀ ਹੋਈ ਆ। ਹੁਣ ਵੀ ਤੋਮਰ ਸਾਹਿਬ ਨੇ ਕਿਹਾ ਆ ਵੀ ਗੱਲਬਾਤ ਕਰ ਲਓ ਪਰ ਅਸੀਂ ਰੱਦ ਨਹੀਂ ਕਰਨੇ, ਫਿਰ ਉਹਦਾ ਕੀ ਮਤਲਬ ਹੋਇਆ? ਗੱਲਬਾਤ ਚੱਲਣੀ ਚਾਹੀਦੀ ਆ। ਕਿਸਾਨ ਫਿਰ ਵੀ ਗੱਲਬਾਤ ਲਈ ਅੱਗੇ ਆਏ ਯਾਰ, ਅਸੀਂ ਵੀ ਸਵਾਗਤ ਕਰਾਂਗੇ। ਦੁਬਾਰਾ ਬੈਠਕ ਹੁੰਦੀ ਹੈ ਦੋਨਾਂ ਧਿਰਾਂ ਦੀ, ਸੰਯੁਕਤ ਕਿਸਾਨ ਮੋਰਚਾ ਦੀ, ਕਿਸਾਨ ਜਥੇਬੰਦੀਆਂ ਦੀ ਤੇ ਕੇਂਦਰੀ ਲੀਡਰਸ਼ਿਪ ਦੀ। ਬਹੁਤ ਵਧੀਆ ਗੱਲ ਹੋਏਗੀ ਅਗਰ ਇਹ ਮਸਲਾ ਹੱਲ ਹੋਵੇ। ਜੋ ਕਿਸਾਨ ਚਾਹੁੰਦੇ ਆ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ, ਕਿਉਂਕਿ ਬਹੁਤ ਦੇਰ ਹੋ ਗਈ ਆ, ਬਹੁਤ ਲੰਬਾ ਸੰਘਰਸ਼ ਹੋ ਗਿਆ। ਇਹ ਇੱਕ ਤਰ੍ਹਾਂ ਨਾਲ ਹਿਸਟਰੀ ਬਣ ਰਹੀ ਆ ਅੰਦੋਲਨ ਦੀ, ਤੇ ਨਾਲ ਹੀ ਨਲਾਇਕੀ ਦੀ ਹਿਸਟਰੀ ਵੀ ਬਣ ਰਹੀ ਹੈ ਕੇਂਦਰ ਸਰਕਾਰ ਦੀ ਕਿ ਆਪਣੇ ਸਿਟੀਜ਼ਨਸ ਨੂੰ, ਆਪਣੇ ਵੋਟਰਸ ਨੂੰ ਇੰਨੀਆਂ ਦੁੱਖ ਤਕਲੀਫਾਂ 'ਚ ਬਾਰਡਰਾਂ ਤੇ ਬੈਠਣਾ ਪੈ ਰਿਹਾ, ਉਹਨਾਂ ਦਾ ਮਸਲਾ ਨਹੀਂ ਹੱਲ ਕੀਤਾ ਜਾ ਰਿਹਾ। ਜੀ ਕੰਗ ਸਾਹਿਬ, ਤੁਸੀਂ ਵੀ ਲੰਬੇ ਸਮੇਂ ਤੋਂ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਹੋ, ਦਿੱਲੀ ਬਾਰਡਰਾਂ ਤੇ ਜਾ ਕੇ ਵੀ ਸ਼ਮੂਲੀਅਤ ਕਰਦੇ ਹੋ, ਯੋਗਦਾਨ ਵੀ ਆਪਣਾ ਪਾਉਂਦੇ ਹੋ। ਹੁਣ ਕੇਂਦਰ ਨੇ ਫਿਰ ਖੁੱਲੇ ਮਨ ਦੇ ਨਾਲ 2 ਮੰਤਰੀਆਂ ਨੇ ਜਿਹੜਾ ਹੈਗਾ, ਖਾਸ ਤੌਰ ਤੇ ਮੈਂ ਜ਼ਿਕਰ ਕਰਾਂਗਾ ਜਿਹੜਾ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਪੁਰੀ, ਉਹਨਾਂ ਨੇ ਤਾਂ ਪਹਿਲੀ ਵਾਰੀ ਇਸ ਮਾਮਲੇ ਤੇ ਖੁੱਲ੍ਹ ਕੇ ਬਿਆਨ ਦਿੱਤਾ ਔਰ ਆਪਣੇ ਵੱਲੋਂ ਉਹਨਾਂ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਤੇ ਤੁਹਾਡੇ ਕੋਈ ਵੀ ਸ਼ੰਕੇ ਨਿਵਰਤ ਕਰਨ ਦੇ ਲਈ ਅਸੀਂ ਤਿਆਰ ਹਾਂ। ਕਿਸਾਨਾਂ ਦੇ ਹਿੱਤ 'ਚ ਕੋਈ ਗੱਲ ਹੋਏਗੀ ਅਸੀਂ ਮੰਨਣ ਲਈ ਤਿਆਰ ਹਾਂ। ਕਿਵੇਂ ਦੇਖਦੇ ਹੋ ਇਸ ਪੇਸ਼ਕਸ਼ ਨੂੰ? ਵੇਖੋ, ਬੰਗਾਲ ਵਿੱਚ ਕਿਸਾਨਾਂ ਦੇ ਸਮਰਥਨ ਦੇਣ ਤੋਂ ਬਾਅਦ ਜਿਸ ਤਰੀਕੇ ਨਾਲ ਬੀਜੇਪੀ ਦੀ ਸ਼ਰਮਨਾਕ ਹਾਰ ਹੋਈ, ਉਸ ਤੋਂ ਬਾਅਦ ਕਰੋਨਾ ਦੇ ਦੌਰਾਨ ਯਮੁਨਾ ਤੇ ਗੰਗਾ 'ਚ ਲੱਖਾਂ ਲੋਕਾਂ ਦੀਆਂ ਲਾਸ਼ਾਂ ਤੈਰਦੀਆਂ ਦਿਖੀਆਂ। ਦੇਸ਼ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਵਿਫਲ ਰਹੀ ਮੋਦੀ ਦੀ ਸਰਕਾਰ। ਉਸ ਤੋਂ ਬਾਅਦ ਬੀਜੇਪੀ ਦੇ ਅੰਦਰ ਇੱਕ ਤਰੀਕੇ ਨਾਲ ਕਈ ਤਰ੍ਹਾਂ ਦੇ ਚੈਲੰਜ, ਜਿਸ ਤਰੀਕੇ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮੋਦੀ ਨੂੰ ਖੁੱਲੀ ਚੁਣੌਤੀ ਦਿੱਤੀ ਆ, ਉਹ ਸਾਰੀਆਂ ਚੀਜ਼ਾਂ ਤੋਂ ਧਿਆਨ 'ਚ ਰੱਖਦੇ ਹੋਏ, ਕਿਉਂਕਿ ਹੁਣ ਅਗਲੇ ਸਾਲ ਯੂਪੀ 'ਚ ਵੀ ਇਲੈਕਸ਼ਨ ਹੈ, ਪੰਜਾਬ 'ਚ ਵੀ ਇਲੈਕਸ਼ਨ ਹੈ, ਔਰ ਇਹਦਾ ਸਿੱਧਾ ਪ੍ਰਭਾਵ ਜਿਹੜਾ ਕਿਸਾਨ ਅੰਦੋਲਨ ਦਾ ਹੈ ਯੂਪੀ ਦੇ ਇਲੈਕਸ਼ਨਾਂ ਤੇ ਪੈਣਾ ਹੈ। ਯੂਪੀ 'ਚ ਵੀ ਭਾਜਪਾ ਦੀ ਬਿਲਕੁਲ ਸਫਾਈ ਹੋ ਜਾਣੀ ਆ, ਔਰ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਪੰਜਾਬ ਦੀ ਜਿਹੜੀ ਭਾਜਪਾ ਦੀ ਯੂਨਿਟ ਹੈ, 1 ਸਾਲ ਤੋਂ ਕਿਸਾਨ ਜਿਹੜੇ ਆ ਧਰਨੇ ਤੇ ਦਿੱਲੀ ਦੀਆਂ ਦਰਵਾਜ਼ਿਆਂ ਤੇ ਬੈਠੇ ਆ। 500 ਤੋਂ ਤਕਰੀਬਨ ਕਿਸਾਨ ਸ਼ਹੀਦ ਹੋ ਗਏ ਆ। ਪੰਜਾਬ ਭਾਜਪਾ ਦੀ ਯੂਨਿਟ ਪਹਿਲੀ ਵਾਰ ਦਿੱਲੀ ਜਾ ਕੇ ਕਿਸਾਨਾਂ ਦੀ ਗੱਲ ਕਰ ਰਹੀ ਹੈ। ਹੁਣ ਗੱਲ ਅੰਦਰ ਕੀ ਕਰ ਰਹੀ ਹੈ ਇਹ ਨਹੀਂ ਮੈਨੂੰ ਪਤਾ, ਲੇਕਿਨ ਜਿਸ ਤਰੀਕੇ ਨਾਲ ਪੰਜਾਬ ਭਾਜਪਾ 'ਚ ਵੀ ਇੱਕ ਬਹੁਤ ਵੱਡਾ ਧੜਾ ਉਹਨਾਂ ਦੇ ਫਾਰਮਰ ਜਿਹੜੇ ਐਮਐਲਏ ਔਰ ਮਿਨਿਸਟਰਾਂ ਨੇ ਖੁੱਲ੍ਹੇਆਮ ਬਗਾਵਤ ਕੀਤੀ ਔਰ ਇੱਕ ਦੂਜੇ ਨੂੰ ਗਾਲਾਂ ਕੱਢੀਆਂ ਟੀਵੀ ਤੇ ਆ ਕੇ। ਹੁਣ ਭਾਜਪਾ ਜਿਹੜੀ ਹੈ ਆਉਣ ਵਾਲੇ ਇਲੈਕਸ਼ਨਾਂ 'ਚ ਜ਼ਮੀਨ ਤਲਾਸ਼ਣ ਲਈ ਕਦੀ ਹਰਦੀਪ ਸਿੰਘ ਪੁਰੀ ਜਿਹੜਾ ਇੱਥੋਂ ਹਾਰ ਕੇ ਗਿਆ, ਜਿਹਦਾ ਪੰਜਾਬ ਨਾਲ ਕੋਈ ਵਾਸਤਾ ਨਹੀਂ, ਕਦੀ ਸੋ ਕਾਲਡ ਖਾਲਿਸਤਾਨੀਆਂ ਨੂੰ ਜੁਆਇਨ ਕਰਾ ਕੇ ਰਾਜਨੀਤਿਕ ਜ਼ਮੀਨ ਤਲਾਸ਼ਣ ਦਾ ਪ੍ਰਯਾਸ ਕਰ ਰਹੀ ਹੈ। ਕਿਸਾਨਾਂ ਨਾਲ, ਕਿਸਾਨੀ ਨਾਲ ਉਹਨਾਂ ਦੀ ਕੋਈ ਹਮਦਰਦੀ ਨਹੀਂ ਹੈ, ਔਰ ਉਹ ਸਿਰਫ ਤੇ ਸਿਰਫ ਇਹ ਸਾਰੀਆਂ ਜਿਹੜੀਆਂ ਗੱਲਾਂ ਜਿਹੜੀਆਂ ਤੁਸੀਂ ਆਪਣੀ ਇੰਟਰੋਡਕਸ਼ਨ 'ਚ ਕਹੀਆਂ ਹੈ, ਇਹ ਕਰਕੇ ਪੰਜਾਬ 'ਚ ਰਾਜਨੀਤਿਕ ਜ਼ਮੀਨ ਤਲਾਸ਼ ਰਹੀ ਹੈ, ਔਰ ਯੂਪੀ 'ਚ ਜਿਹੜੀ ਰਾਜਨੀਤਿਕ ਜ਼ਮੀਨ ਹੈ ਉਹਨੂੰ ਬਚਾਉਣ ਦਾ ਇੱਕ ਅਸਫਲ ਜਿਹੜਾ ਪ੍ਰਯਾਸ ਹੈ। ਔਰ ਮੋਦੀ ਜਿਸ ਤਰੀਕੇ ਨਾਲ ਫੇਲ ਹੋਇਆ ਕੋਵਿਡ-19 ਦੀ ਸਾਰੀ ਜਿਹੜੀ ਸਿਚੁਏਸ਼ਨ ਨੂੰ ਹੈਂਡਲ ਕਰਨ 'ਚ, ਔਰ ਘਰ ਦੀ ਜਿਹੜੀ ਲੜਾਈ ਸੜਕਾਂ ਤੇ ਆ ਗਈ ਆ ਬੀਜੇਪੀ ਦੀ, ਉਹਨੂੰ ਸਾਰੇ ਨੂੰ ਪਰਦਾ ਪਾਉਣ ਲਈ ਜਿਹੜੇ ਆ ਇਹ ਅਲੱਗ-ਅਲੱਗ ਤਰੀਕੇ ਨਾਲ ਇਹਨਾਂ ਵੱਲੋਂ ਜਿਹੜੇ ਆ ਇਹ ਤਰੀਕੇ ਅਪਣਾਏ ਜਾ ਰਹੇ ਆ, ਇਹ ਡਰਾਮੇ ਕੀਤੇ ਜਾ ਰਹੇ ਆ, ਲੇਕਿਨ ਕਿਸਾਨਾਂ ਨਾਲ ਔਰ ਕਿਸਾਨੀ ਨਾਲ ਅੱਜ ਵੀ ਇਹਨਾਂ ਦੀ ਕੋਈ ਹਮਦਰਦੀ ਨਹੀਂ ਹੈ। ਜੀ ਤੁਹਾਡੀ ਤਾਂ ਤੁਸੀਂ ਕੰਗ ਸਾਹਿਬ ਦੇ ਇਸ ਤਰ੍ਹਾਂ ਸੰਘਰਸ਼ ਦੇ ਕਮੈਂਟਸ ਤਾਂ ਸੁਣੀ ਆ। ਉਹਨਾਂ ਦਾ ਕਹਿਣਾ ਕਿ ਭਾਜਪਾ ਪੰਜਾਬ ਦੇ ਅੰਦਰ ਰਾਸੀ ਜ਼ਮੀਨ ਤਲਾਸ਼ ਰਹੀ ਹੈ ਔਰ ਯੂਪੀ ਦੇ ਵਿੱਚ ਵੀ ਜਿਹੜੀਆਂ ਚੋਣਾਂ ਆਉਣੀਆਂ ਉਹਨਾਂ 'ਚ ਭਾਜਪਾ ਦਾ ਸਫਾਇਆ ਹੋਵੇਗਾ। ਇਹ ਦਬਾਅ ਕਰਕੇ ਭਾਜਪਾ ਗੱਲਬਾਤ ਦੀਆਂ ਜਿਹੜੀਆਂ ਕਿਸਾਨਾਂ ਦੇ ਨਾਲ ਜਿਹੜੀ ਪੇਸ਼ਕਸ਼ ਹੈ ਗੱਲਾਂ ਚਲਾ ਰਹੀ ਆ, ਵਰਨਾ ਕਿਸਾਨ ਹਿੱਤਾਂ ਦੇ ਨਾਲ, ਕਿਸਾਨ ਮੰਗਾਂ ਨਾਲ ਬੀਜੇਪੀ ਦਾ ਕੋਈ ਸੰਬੰਧ ਨਹੀਂ, ਕਿਉਂਕਿ ਉੱਥੇ ਹੀ ਖੜੀ ਹੈ ਬੀਜੇਪੀ। ਇਹ ਕਹਿ ਰਹੀ ਹੈ ਕਿ ਅਸੀਂ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਏ ਤੋਂ ਬਗੈਰ ਹੋਰ ਕੋਈ ਗੱਲਬਾਤ ਕਰਨ ਦੇ ਲਈ ਅਸੀਂ ਤਿਆਰ ਹਾਂ। ਸੋਢੀ ਸਾਹਿਬ, ਕੀ ਲੱਗਦਾ ਕਿ ਪੋਲੀਟੀਕਲ ਤੌਰ ਤੇ ਸਾਰੀ ਗੇਮ ਚੱਲ ਰਹੀ ਹੈ? ਦੇਖੋ ਜਗਤਾਰ ਜੀ, ਗੱਲ ਇਸ ਤਰ੍ਹਾਂ ਹੈ ਕਿ ਇੱਕ ਰਾਜਨੀਤੀ ਅਲੱਗ ਵਿਸ਼ਾ ਹੈ ਔਰ ਜਿਹੜਾ ਕਿਸਾਨ ਅੰਦੋਲਨ ਹੈ ਉਹ ਇੱਕ ਅਲੱਗ ਵਿਸ਼ਾ ਹੈ ਜੀ। ਹੁਣ ਜੇ ਹੁਣ ਆਪਾਂ ਗੱਲ ਕਰਦੇ ਹਾਂ ਕਿ
ਜਿਹੜਾ ਕਿਸਾਨ ਅੰਦੋਲਨ ਹੈ ਉਹਦਾ ਵੀ ਤਾਂ ਜਿਹੜਾ ਹੱਲ ਕਰਨਾ ਹੈ ਉਹ ਕਿਸਾਨਾਂ ਦੇ ਔਰ ਸਰਕਾਰ ਦੇ ਬੈਠ ਕੇ ਵਿਚਾਲੇ ਹੋਣਾ ਹੈ। ਔਰ ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਲੈਕਸ਼ਨ ਇੱਕ ਦੇਸ਼ ਦਾ ਸਿਸਟਮ ਹੈ, ਇਲੈਕਸ਼ਨ ਤਾਂ ਆਉਂਦੇ ਜਾਂਦੇ ਹੀ ਰਹਿੰਦੇ ਨੇ, ਲੇਕਿਨ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਜਿਹੜਾ ਕਿਸਾਨ ਅੰਦੋਲਨ ਹੈ ਉਹਨੂੰ ਜਿਸ ਤਰ੍ਹਾਂ ਕਿਸਾਨਾਂ ਦੀ ਤਸੱਲੀ ਕਰਾ ਕੇ ਉਹਨੂੰ ਖਤਮ ਕੀਤਾ ਜਾਵੇ, ਸਭ ਤੋਂ ਪਹਿਲਾਂ ਪ੍ਰਾਇੋਰਟੀ ਬੇਸ ਤੇ ਉਹ ਗੱਲ ਹੈ। ਲੇਕਿਨ ਜੇ ਹਰਦੀਪ ਪੁਰੀ ਜੀ ਨੂੰ ਵੀ ਕੋਈ ਗੱਲ ਉਹਨਾਂ ਨੇ ਕੀਤੀ ਹੈ ਤੇ ਇਹ ਸੁਭਾਵਿਕ ਹੈ ਕਿ ਕੇਂਦਰ ਸਰਕਾਰ ਜਿਹੜੀ ਹੈਗੀ ਹੈ ਇਹ ਕਿਸਾਨ ਅੰਦੋਲਨ ਨੂੰ ਖਤਮ ਕਰਨ ਵਾਲੇ ਪਾਸੇ ਨੂੰ ਤੁਰੀ ਜਾਂ ਗੱਲ ਕਰ ਰਹੀ ਹੈ, ਤਾਂ ਮੈਂ ਸਮਝਦਾ ਕਿ ਇੱਕ ਸਾਰਥਕ ਮਾਹੌਲ ਬਣਨ ਦੀ ਗੱਲ ਹੋਈ ਹੈ। ਤੇ ਉਹ ਇਹ ਗੱਲ ਸਿਰੇ ਚੜ੍ਹਦੀ ਹੈ ਤੇ ਮੈਂ ਸਮਝਦਾ ਕਿਸਾਨਾਂ ਲਈ ਤੇ ਸਰਕਾਰ ਲਈ ਦੋਵਾਂ ਲਈ ਬਹੁਤ ਵਧੀਆ ਜਿਹੜਾ ਹੈਗਾ ਇਹ ਇੱਕ ਗੱਲ ਸਾਬਤ ਹੋਣੀ ਹੈ ਕਿ ਕਿਸਾਨ ਅੰਦੋਲਨ ਜਿਹੜੇ ਹੈਗੇ ਆ ਉਹ ਕਿਸਾਨ ਅੰਦੋਲਨ ਖਤਮ ਹੋਇਆ ਔਰ ਉਹਨਾਂ ਦੇ ਦੁਆਰੇ ਜਿਹੜੇ ਵਿਚਾਲੇ ਸਮਝੌਤਾ ਹੋਇਆ। ਦੂਜੀ ਗੱਲ ਕਦੇ ਵੀ ਜਿਹੜੀ ਹੁਣ ਹਾਂਜੀ ਜੀ ਪਲੀਜ਼ ਤਾਂ ਮੇਰਾ ਕਹਿਣਾ ਇਹ ਹੈ ਕਿ ਜੇ ਕਿਸਾਨ ਜਿਹੜੇ ਆਪਣੇ ਸਰਕਾਰ ਹੈ ਉਹ ਵੀ ਕਿਸਾਨਾਂ ਦੀ ਹੈ ਔਰ ਕਿਸਾਨ ਵੀ ਆਪਣੇ ਨੇ, ਸਰਕਾਰਾਂ ਵੀ ਤਾਂ ਲੋਕ ਹੀ ਚੁਣਦੇ ਨੇ, ਤੇ ਜਿਹੜੇ ਇਲੈਕਸ਼ਨ ਹੈ ਉਹਦੇ ਵਿੱਚ ਲੋਕਾਂ ਨੇ ਇਲੈਕਸ਼ਨ ਦਾ ਜਿਹੜਾ ਹੈਗਾ ਫਤਵਾ ਦੇਣਾ ਹੁੰਦਾ ਹੈ ਕਿ ਕਿਹੜੀ ਸਰਕਾਰ ਨੇ ਚੰਗੇ ਕੰਮ ਕੀਤੇ ਆ ਕਿਹੜੀ ਨਹੀਂ ਕੀਤੇ। ਹੁਣ ਜੇ ਅਸੀਂ ਪੰਜਾਬ ਦੀ ਗੱਲ ਕਰ ਲਈਏ ਤੇ ਪੰਜਾਬ ਦੇ ਵਿੱਚ ਅੱਜ ਜਿਹੜੀ ਸਰਕਾਰ ਆ ਉਹਦਾ ਕੀ ਹਾਲ ਹੋਇਆ ਪਿਆ, ਸਾਰੇ ਪੱਖਾਂ ਤੋਂ ਅਸੀਂ ਗੱਲ ਕਰ ਲਈਏ, ਹੁਣੇ ਵੀ ਸੈਂਟਰ ਨੇ ਕੇਂਦਰ ਨੇ ਸਟੇਟ ਨੇ ਬੜੇ ਵਾਅਦੇ ਕੀਤੇ ਸੀ ਕਿ ਅਸੀਂ ਕਿਸਾਨਾਂ ਲਈ ਕਰਜ਼ੇ ਮਾਫ ਕਰਾਂਗੇ, ਅਸੀਂ ਕਿਸਾਨਾਂ ਦੀ ਕੁਰਕੀ ਨਹੀਂ ਹੋਣ ਦੇਵਾਂਗੇ। ਤਾਂ ਮੇਰਾ ਕਹਿਣਾ ਇਹ ਹੈ ਕਿ ਉਹ ਜਿਹੜਾ ਇਲੈਕਸ਼ਨ ਦੇ ਵਿੱਚ ਜਦੋਂ ਜਾ ਕੇ ਲੋਕਾਂ ਦੇ ਮੁੱਦਿਆਂ ਤੇ ਇਲੈਕਸ਼ਨ ਲੜਿਆ ਜਾਂਦਾ ਹੈ ਉਹਦਾ ਜਵਾਬ ਲੋਕਾਂ ਨੇ ਦੇਣਾ ਹੈ, ਲੇਕਿਨ ਉਦੋਂ ਪਹਿਲਾਂ ਜਿਹੜਾ ਹੈਗਾ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਸਟੇਟ ਦੀ ਬਾਡੀ ਵੀ ਜਿਹੜੀ ਹੈਗੀ ਅਪੀਲ ਕਰ ਰਹੀ ਹੈ ਔਰ ਮੈਨੂੰ ਪੂਰਨ ਉਮੀਦ ਹੈ ਕਿ ਕੇਂਦਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਕਿਸਾਨ ਅੰਦੋਲਨ ਹੈ ਉਹਦੀਆਂ ਮੰਗਾਂ ਮੰਨ ਕੇ ਇਹ ਖਤਮ ਹੋਊਗਾ। ਓਕੇ, ਥੈਂਕ ਯੂ ਵੈਰੀ ਮਚ। ਕੰਗ ਜੀ ਤੁਸੀਂ ਆਪਣਾ ਕਮੈਂਟ ਦੇਣਾ ਚਾਹੁੰਦੇ ਸੀ? ਨਹੀਂ ਮੈਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਹਾਂ, ਸੋਢੀ ਸਾਹਿਬ ਕਹਿ ਰਹੇ ਅਸੀਂ ਸੁਹਿਰਦਤਾ ਨਾਲ ਇਸ ਮਸਲੇ ਨੂੰ ਨਿਬੇੜਨਾ ਚਾਹੁੰਦੇ ਹਾਂ। ਦੇਖੋ ਕਿੰਨੀ ਬਦਕਿਸਮਤੀ ਵਾਲੀ ਔਰ ਸ਼ਰਮ ਵਾਲੀ ਗੱਲ ਹੈ, ਅੱਜ ਤੋਂ 6 ਮਹੀਨੇ ਪਹਿਲਾਂ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ ਇੱਕ ਕਾਲ ਦੂਰ ਹੈ ਕਿਸਾਨ, ਤੇ ਅੱਜ ਐਗਰੀਕਲਚਰ ਮਿਨਿਸਟਰ ਕਹਿ ਰਿਹਾ ਜਦੋਂ 500 ਕਿਸਾਨਾਂ ਦੇ ਕਰੀਬ ਸ਼ਹੀਦ ਹੋ ਗਏ ਆ ਔਰ ਅੱਜ ਦੇਸ਼ ਦਾ ਐਗਰੀਕਲਚਰ ਮਿਨਿਸਟਰ ਕਹਿ ਰਿਹਾ ਮੈਂ ਤੇ ਅੱਧੀ ਰਾਤ ਨੂੰ ਵੀ ਤਿਆਰ ਹਾਂ, ਤੇ ਫਿਰ ਦਿੱਕਤ ਕੀ ਹੈ? ਤੁਸੀਂ ਖਤਮ ਕਰੋ ਇਸ਼ੂ। ਤੁਹਾਨੂੰ ਉਸ ਜਿਹੜੀਆਂ ਮੌਤਾਂ ਹੋ ਗਈਆਂ, ਜਿਸ ਤਰੀਕੇ ਨਾਲ ਹੈਰਾਨੀ ਹੋ ਰਹੀ ਹੈ, ਜਿਸ ਤਰੀਕੇ ਨਾਲ ਉਹਨਾਂ ਨੇ ਗਰਮੀਆਂ ਵੀ ਚੱਲ ਰਹੀਆਂ, ਸਰਦੀਆਂ ਵੀ ਚੱਲ ਰਹੀਆਂ ਔਰ ਬਰਸਾਤਾਂ ਵੀ, ਜਿਸ ਤਰ੍ਹਾਂ ਝੱਖੜ ਚੱਲ ਰਿਹਾ ਉੱਥੇ ਰੋਜ਼ ਤੂਫਾਨ ਆ ਰਿਹਾ, ਤੇ ਤੁਹਾਨੂੰ ਫਿਰ ਵੀ ਕੋਈ ਹਮਦਰਦੀ ਨਹੀਂ ਆ। ਤੇ ਵਾਰ-ਵਾਰ ਇਹ ਗੱਲ ਕਹਿਣਾ ਵੀ ਅਸੀਂ ਤੇ ਕਰਨਾ ਚਾਹੁੰਦੇ ਆ, ਪ੍ਰਧਾਨ ਮੰਤਰੀ ਆਖੇ ਜੀ ਇੱਕ ਫੋਨ ਦੂਰ ਹੈ, ਅੱਜ ਹੀ ਅੱਧੀ ਰਾਤ ਨੂੰ ਤਿਆਰ ਹੈ, ਇਹ ਸਭ ਡਰਾਮੇਬਾਜ਼ੀ ਆ। ਅਗਰ ਤੁਸੀਂ ਵਾਕਈ ਚਾਹੁੰਦੇ ਹੋ ਤੇ ਅੱਜ ਵਾਪਸ ਲਓ ਕਿਸਾਨ ਬਿੱਲ, ਤੇ ਕੱਲ ਨੂੰ ਕਿਸਾਨ ਆਪਣੇ ਆਪਣੇ ਘਰਾਂ ਨੂੰ ਆ ਜਾਣ ਤੇ ਮਸਲਾ ਤੇ ਇੱਥੇ ਨਿਪਟ ਜਾਂਦਾ ਜੀ। ਓਕੇ, ਥੈਂਕ ਯੂ ਵੈਰੀ ਮਚ। ਸਿੰਗੜਾ ਜੀ, ਜਿੱਦਾਂ ਕੰਗ ਜੀ ਨੇ ਕਿਹਾ ਕਿੰਨੀ ਕੁ ਸੁਹਿਰਦਤਾ ਨਜ਼ਰ ਆਉਂਦੀ ਹੈ, ਸੋਢੀ ਸਾਹਿਬ ਨੇ ਕਿਹਾ ਕਿ ਅਸੀਂ ਖੁਦ ਚਾਹੁੰਦੇ ਹਾਂ ਕਿ ਮਸਲੇ ਦਾ ਹੱਲ ਹੋਣਾ ਚਾਹੀਦਾ। ਕੰਗ ਉਹਨਾਂ ਦਾ ਕਹਿਣਾ ਕਿ ਜੇ ਮਸਲੇ ਦਾ ਹੱਲ ਚਾਹੁੰਦੇ ਤਾਂ ਤਿੰਨੇ ਖੇਤੀ ਕਾਨੂੰਨ ਰੱਦ ਕਰੋ ਤੇ ਗੱਲ ਨਿਬੜ ਜਾਏਗੀ। ਸਿੰਗੜਾ ਸਾਹਿਬ। ਸਿੱਧੂ ਸਾਹਿਬ, ਮੈਂ ਆਪਣੀ ਲਾਈਫ ਦੇ ਵਿੱਚ ਪਹਿਲੀ ਵਾਰੀ ਦੇਖਿਆ ਕਿ ਪ੍ਰਧਾਨ ਮੰਤਰੀ ਕਿੰਨਾ ਚਿੱਟਾ ਝੂਠ ਬੋਲ ਰਹੇ ਆ ਔਰ ਕਿੰਨੀਆਂ ਮਾੜੀਆਂ ਗੱਲਾਂ ਕਰ ਰਹੇ ਆ। ਕਿਸਾਨਾਂ ਦੇ ਨਾਮ ਤੇ ਵੀ ਕਦੇ ਕੁਛ ਇੱਕ ਕਾਲ ਦੂਰ ਬੈਠੇ ਆ ਕਿਸਾਨ, ਪਰ ਕਿਸਾਨਾਂ ਨੇ ਚਿੱਠੀ ਵੀ ਭੇਜੀ ਆ ਤੇ ਉਸ ਤੋਂ ਬਾਅਦ ਵੀ ਅਜੇ ਤੱਕ ਕੋਈ ਗੱਲਬਾਤ ਨਹੀਂ ਹੋਈ। ਬਿਲਕੁਲ ਸਪਸ਼ਟ ਗੱਲ ਹੈ ਜਿਹੜੀ ਕੰਗ ਸਾਹਿਬ ਨੇ ਕੀਤੀ ਹੈ ਕਿ ਜਦੋਂ ਮੁੱਦਾ ਹੀ ਖਤਮ ਹੈ ਤੇ ਫਿਰ ਸਾਰਾ ਕੁਝ ਹੀ ਖਤਮ ਹੈ। तो किसान मंग कर रहा कानून रद्द कर दो। एग्रीकल्चर इकोनॉमिस्ट भी कह रहे हैं भी कानूनों च किसानों के हित वाली कोई गल नहीं है। 2 साल लिए यह आप ही मुलतवी करने नूं तैयार आ ते 1 साल हो गया अजे तक हुण तो सुप्रीम कोर्ट की चाहे स्टे है पर पहला भी किसानों ने जां असीं नहीं लागू होण दित्ते ना ही असीं लागू होण देने आ। पंजाबियां ने ये कानून घट्टो घट्ट पंजाब च तां नहीं लागू होण देने। हुण तां हरियाणे वाले भी उठ गए आ, यूपी वाले भी उठ गए आ, वैसटर्न यूपी च भी लोग तैयार ने, राजस्थान च भी लोग तैयार ने, सारे इंडिया च मूवमेंट फैल गई आ। ये कानून लागू नहीं होने। यह साल लंघ गया, 2 साल लिए मुलतवी करने तैयार ने तो रद्द करने की हर्ज है। वैरी सिंपल, 500 किसान शहीद हो चुके ने इस अंदोलन की वजह नाल। एक किसी की जुबान ते भी एक लफ्ज जिहड़ा आ इन्हां दे हक च जां दुख भरिया लफ्ज किसी ने बीजेपी वाले ने नहीं बोलिया। इन्ने कट्टर ने ये मैनू नहीं समझ लगती कि सोढी साहब किहड़े चीज मूँह नाल कही जाते आ कि किसान भी साडे ही आ, सरकार भी अपनी आ, किसान भी अपने ही आ। सोढी साहब किसान बिल्कुल अपने ने क्योंकि अपने मापे ने। तुसीं भी पंजाबी हो, तुसीं भी इन्हां बंदियां ते चुंडियां चांडियां वड्डो जिहड़े तुहाडे उपरले हैगे आ।
ਨਹੀਂ ਤਾਂ ਦਫਾ ਕਰੋ, ਇਹਨਾਂ ਨੂੰ ਛੱਡੋ ਜਿੱਦਾਂ ਕੰਗ ਸਾਹਿਬ ਛੱਡ ਕੇ ਆ ਗਏ ਆ। ਸਰਕਾਰ ਨਹੀਂ ਆਪਣੀ, ਸਰਕਾਰ ਦੁਸ਼ਟਾਂ ਦੇ ਹੱਥ 'ਚ ਆ ਗਈ ਆ, ਸਰਕਾਰ ਪਾਪੀਆਂ ਦੇ ਹੱਥ 'ਚ ਆ ਗਈ ਆ, ਸਰਕਾਰ ਉਹਨਾਂ ਦੇ ਹੱਥ 'ਚ ਆ ਗਈ ਆ ਜਿਹੜੀ ਅੰਨਦਾਤਾ ਨੂੰ ਖਤਮ ਕਰਨਾ ਚਾਹੁੰਦੀ ਆ, ਭਰਾ ਨੂੰ ਭਰਾ ਨਾਲ ਲੜਾਉਣਾ ਚਾਹੁੰਦੀ ਆ। ਤੁਹਾਡੀ ਪੰਜਾਬ ਦੀ ਲੀਡਰਸ਼ਿਪ ਨੂੰ ਮੋਹਰੇ ਲਾ ਕੇ ਤੁਹਾਨੂੰ ਬਦਨਾਮ ਕਰ ਰਹੇ ਨੇ ਇਹ। ਜਾਂ ਤਾਂ ਇਹਨਾਂ ਤੇ ਦਬਾਅ ਪਾਓ ਕਿ ਕਾਨੂੰਨ ਰੱਦ ਕਰਨ, ਨਹੀਂ ਤਾਂ ਤੁਸੀਂ ਕਿੰਨੀ ਕੁ ਦੇਰ ਕਹੀ ਓਕੇ ਸੰਗੜਾ ਜੀ, ਆਪਾਂ ਜਵਾਬ ਲੈਣੇ ਆ, ਕਾਨੂੰਨ ਵੀ ਆਪਣੇ ਜਵਾਬ ਲੈਣੇ ਆ ਸੰਗੜਾ ਜੀ। ਪਰ ਸੋਢੀ ਸਾਹਿਬ ਦਾ ਕਹਿਣਾ ਹੈ ਕਿ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਉਹ ਚਾਹੁੰਦੀ ਹੈ ਕਿ ਮਸਲੇ ਦਾ ਹੱਲ ਹੋਵੇ। ਆਪਾਂ ਜਵਾਬ ਲੈਣੇ ਆ। ਸੋਢੀ ਸਾਹਿਬ, ਵਿਰੋਧੀ ਧਿਰਾਂ ਵੱਲੋਂ ਲਗਾਤਾਰ ਭਾਜਪਾ ਦੇ ਉੱਤੇ ਇਸ ਗੱਲ ਦੇ ਲਈ ਸਵਾਲ ਉੱਠ ਰਿਹਾ ਕਿ ਜੇ ਸਿਰ ਦਿੱਤਾ ਹੈ ਤਾਂ ਫਿਰ ਮਸਲੇ ਦਾ ਹੱਲ ਕਿਉਂ ਨਹੀਂ ਕੀਤਾ ਜਾਂਦਾ। 500 ਤੋਂ ਉੱਪਰ ਕਿਸਾਨ ਜਿਹੜੇ ਸ਼ਹਾਦਤ ਦੇ ਚੁੱਕੇ ਹੈ, ਆਪਾਂ ਪੰਜਾਬੀ ਹਾਂ, ਜੇ ਉਹਨਾਂ ਨਾਲ ਹਮਦਰਦੀ ਹੈ ਤਾਂ ਫਿਰ ਇਸ ਮਸਲੇ ਦੇ ਉੱਤੇ ਸਟੈਂਡ ਲੈ ਕੇ ਹੱਲ ਕਰਵਾਏ ਜਾਣ ਦੀ ਲੋੜ ਹੈ। ਜੀ ਸੋਢੀ ਸਾਹਿਬ ਜੀ, ਤੁਹਾਡੇ ਨਾਲ ਮੈਂ ਪਿਛਲੀ ਇੱਕ ਡਿਬੇਟ ਤੇ ਸੀ, ਮੈਂ ਗੱਲ ਇਹ ਕਹੀ ਸੀ ਕਿ ਜੇ ਉੱਥੇ ਕਿਸਾਨ ਸ਼ਹੀਦ ਹੋਏ ਨੇ, ਕਿਸਾਨਾਂ ਦੀ ਜਿਹੜਾ ਜਾਨੀ ਨੁਕਸਾਨ ਹੋਇਆ ਹੈ, ਉਹਦੇ ਲਈ ਸਾਨੂੰ ਵੀ ਬਹੁਤ ਅਫਸੋਸ ਹੈ। ਲੇਕਿਨ ਜਿਹੜੀ ਸੰਘੇੜਾ ਸਾਹਿਬ ਗੱਲ ਕਰ ਰਹੇ ਨੇ, ਜੇ ਨਰਿੰਦਰ ਤੋਮਰ ਜੀ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ 11 ਮੀਟਿੰਗਾਂ ਹੋਈਆਂ ਨੇ ਜਾਂ ਹਰਦੀਪ ਪੁਰੀ ਜੀ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਕੋਈ ਪ੍ਰਧਾਨ ਮੰਤਰੀ ਜੀ ਇਜਾਜ਼ਤ ਤੋਂ ਬਿਨਾਂ ਨਹੀਂ ਹੋਇਆ, ਉਹ ਪ੍ਰਧਾਨ ਮੰਤਰੀ ਜੀ ਦੇ ਕਹਿਣ ਤੇ ਹੋਇਆ ਹੈ। ਦੂਜੀ ਗੱਲ, ਜਿਹੜੀ ਤੁਸੀਂ ਕਾਨੂੰਨਾਂ ਨੂੰ ਲਾਗੂ ਕਰਨ ਦੀ ਗੱਲ ਕਰਦੇ ਹੋ, 23 ਨਵੰਬਰ 2020 ਨੂੰ ਦਿੱਲੀ ਦੇ ਵਿੱਚ ਕੇਜਰੀਵਾਲ ਕਾਨੂੰਨ ਲਾਗੂ ਕਰੀ ਜਾਂਦੇ ਨੇ, ਫਿਰ ਡਰਾਮਾ ਕਰਦੇ ਆ, ਕਾਨੂੰਨ ਦੀਆਂ ਕਾਪੀਆਂ ਪਾੜੀ ਜਾਂਦੇ ਨੇ। ਸੰਘੇੜਾ ਸਾਹਿਬ, ਜੇ ਕਾਨੂੰਨ ਨਹੀਂ ਲਾਗੂ ਹੋਏ, ਖੁਦ ਕੇਜਰੀਵਾਲ ਜੀ ਨੇ ਇਹ ਗੱਲ ਕਹੀ ਕਿ ਅਸੀਂ ਕਾਨੂੰਨ ਲਾਗੂ ਸਾਨੂੰ ਕਰਨੇ ਪੈਣੇ ਹੈ। ਲੇਕਿਨ ਮੇਰਾ ਕਹਿਣਾ, ਸਟੈਂਡਿੰਗ ਕਮੇਟੀ ਦੇ ਵਿੱਚ ਤੀਜੇ ਬਿੱਲ ਦੇ ਉੱਪਰ ਜੇ ਸਾਡੇ ਮੈਂਬਰ ਆਫ ਪਾਰਲੀਮੈਂਟ ਭਗਵੰਤ ਮਾਨ ਦੀ ਉਸ ਦੇ ਵਿੱਚ ਦਸਤਖਤ ਕੀਤੇ ਹੋਏ ਨੇ, ਸਹਿਮਤੀ ਦਿੱਤੀ ਹੋਈ ਹੈ, ਤੁਸੀਂ ਕਹਿੰਦੇ ਹੋ ਕਿ ਸਾਡੀ ਸਹਿਮਤੀ ਨਹੀਂ ਹੈ, ਇਹ ਗਲਤ ਗੱਲ ਹੈ। ਤਾਂ ਮੇਰਾ ਕਹਿਣਾ, ਤੁਸੀਂ ਵੀ ਲੋਕਾਂ ਨੂੰ ਭੁਲੇਖੇ ਚੋਂ ਕੱਢ ਦਿਓ, ਭਗਵੰਤ ਮਾਨ ਜੀ ਨੂੰ ਕਹਿ ਦਿਓ ਵੀ ਪ੍ਰੈਸ ਕਾਨਫਰੰਸ ਕਰ ਲੈਣ ਇਹਦੇ ਉੱਤੇ, ਉਹ ਲੋਕਾਂ ਨੂੰ ਆਪਦੀ ਸਫਾਈ ਦੇ ਦੇਣ। 2022 ਦੀ ਰਾਜਨੀਤੀ ਨੂੰ ਲੈ ਕੇ ਜਿਹੜੀਆਂ ਵਿਰੋਧੀ ਪਾਰਟੀਆਂ ਕਿਸਾਨ ਦੇ ਮੋਢੇ ਤੇ ਰੱਖ ਕੇ ਇਹ ਕਰ ਰਹੀਆਂ ਨੇ, ਇਹ ਸਾਰੀ ਗੱਲ ਜਗਤਾਰ ਜੀ ਤੁਸੀਂ ਵੀ ਸਮਝਦੇ ਹੋ। ਲੇਕਿਨ ਮੈਂ ਇੱਕ ਗੱਲ ਕਹੂੰਗਾ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਦਿੱਲੀ ਗਏ ਪਿਛਲੇ ਦਿਨਾਂ ਦੇ ਵਿੱਚ ਆਪਣੀ ਕੁਰਸੀ ਬਚਾਉਣ ਖਾਤਰ, ਉਹਨਾਂ ਨੇ ਜਾ ਕੇ ਕਦੇ PM ਤੋਂ ਟਾਈਮ ਨਹੀਂ ਮੰਗਿਆ। ਕੇਜਰੀਵਾਲ ਜੀ ਖੁਦ ਦਿੱਲੀ ਬੈਠੇ। ਹੁਣ ਲੈਣੇ ਛੋਟੀ ਜਿਹੀ ਬ੍ਰੇਕ ਤੋਂ ਤੇ ਇਸੇ ਮੁੱਦੇ ਤੇ ਆਪਾਂ ਆ ਰਹੇ ਹਾਂ ਵਾਪਸ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਸਿੰਗੜਾ ਸਾਹਿਬ, ਬ੍ਰੇਕ ਤੋਂ ਪਹਿਲਾਂ ਸੋਢੀ ਸਾਹਿਬ ਕਹਿ ਰਹੇ ਸੀ ਕਿ ਕਿਸਾਨ ਮੁੱਦਿਆਂ ਦੀ ਜਦੋਂ ਗੱਲ ਕਰਦੇ ਹਾਂ, ਤਿੰਨੇ ਖੇਤੀ ਕਾਨੂੰਨਾਂ ਦੀ ਗੱਲ ਕਰਦੇ ਹਾਂ, ਤਾਂ ਦਿੱਲੀ ਵਿੱਚ ਜਿਹੜੇ ਮੁੱਖ ਮੰਤਰੀ ਹੈ ਕੇਜਰੀਵਾਲ, ਉਹਨਾਂ ਦਾ ਦੂਰਾ ਮਖੌਟਾ ਹੈ। ਪੰਜਾਬ ਚ ਆਪ ਵਾਲੇ ਕੁਝ ਹੋਰ ਬੋਲੀ ਬੋਲਦੇ ਆ ਤੇ ਦਿੱਲੀ ਚ ਕੁਝ ਹੋਰ ਬੋਲੀ ਬੋਲਦੇ ਆ। ਸਿੱਧੂ ਸਾਹਿਬ, ਗੱਲ ਪਤਾ ਕੀ ਹੈ, ਪ੍ਰਧਾਨ ਮੰਤਰੀ ਮੋਦੀ ਹਿਟਲਰ ਵਾਂਗੂ ਬਿਹੇਵ ਕਰ ਰਹੇ ਨੇ ਤੇ ਇਹ ਹਿਟਲਰ ਦੀ ਪ੍ਰਚਾਰ ਦੀ ਪਾਲਿਸੀ ਤੇ ਹੀ ਚੱਲੀ ਜਾਂਦੇ ਆ ਵੀ ਹਰ ਵਾਰ ਕਹਿ ਦਿਓ ਕੇਜਰੀਵਾਲ ਨੇ ਲਾਗੂ ਕਰਤੇ, ਕੇਜਰੀਵਾਲ ਨੇ ਲਾਗੂ ਕਰਤੇ। ਕੇਜਰੀਵਾਲ ਨੇ ਆਪਣੇ ਚੁਬਾਰੇ 'ਚ ਕਾਨੂੰਨ ਲਾਗੂ ਕਰਤੇ। ਦਿੱਲੀ ਤਾਂ ਖੇਤੀ ਪ੍ਰਧਾਨ ਸੂਬਾ ਹੀ ਨਹੀਂ ਹੈਗਾ। ਤੁਸੀਂ ਐਵੇਂ ਹੀ ਮਾਰੀ ਜਾਂਦੇ ਹੋ ਯਾਰ, ਕੋਈ ਗੱਲ ਸੋਚ ਕੇ ਤਾਂ ਕਰਿਆ ਕਰੋ। ਸੋਢੀ ਸਾਹਿਬ, ਤੁਸੀਂ ਇੰਨੇ ਸਿਆਣੇ ਬੰਦੇ ਹੋ, ਉਹ ਜਿਹੜੇ ਕਾਨੂੰਨ ਆ ਕਾਨੂੰਨਾਂ ਨੂੰ ਪੜ੍ਹ ਕੇ ਮੈਨੂੰ ਬੋਲ ਲੈਣ ਦਿਓ ਨਾ। ਹੁਣ ਇੱਕ ਤਾਂ ਤੁਸੀਂ ਝੂਠਾ ਇਲਜ਼ਾਮ ਲਾ ਦਿੰਦੇ, ਜਦੋਂ ਬੰਦਾ ਜਵਾਬ ਦਿੰਦਾ ਫਿਰ ਵਿੱਚ ਨਾ ਬੋਲੋ ਵੀਰ ਬਣ ਕੇ। ਤੁਸੀਂ ਜੀ ਆਪਣੀ ਗੱਲ ਕਰ ਲਓ ਜੀ। ਲਾਸਟ ਸੈਕਸ਼ਨ ਪੜ੍ਹੋ, ਜਿਹੜੇ ਆਰਡੀਨੈਂਸ ਜਾਰੀ ਕੀਤੇ ਸੀ ਉਹਦੇ ਵਿੱਚ ਆਟੋਮੈਟਿਕਲੀ ਉਹ 5 ਜੂਨ 2020 ਤੋਂ ਲਾਗੂ ਹੋ ਗਏ ਸੀਗੇ, ਲਾਗੂ ਹੋ ਗਏ ਸੀ ਕਾਗਜ਼ਾਂ 'ਚ। ਪ੍ਰੈਕਟੀਕਲੀ ਲਾਗੂ ਤਾਂ ਹੋਣੇ ਆ ਜੇ ਕਿਸਾਨ ਉਹ ਐਗਰੀਮੈਂਟ ਕਰਨਾ ਸ਼ੁਰੂ ਕਰਨਗੇ, ਉਹਨਾਂ ਦੇ ਕਾਨੂੰਨਾਂ ਦੀ ਆਪਰੇਸ਼ਨ ਸ਼ੁਰੂ ਹੋਏਗਾ। ਮੈਂ ਆਪਰੇਸ਼ਨ ਦੀ ਗੱਲ ਕਰਦਾ ਪਈ, ਨਹੀਂ ਹੋਇਆ ਅਜੇ ਤੱਕ ਲਾਗੂ। ਤੇ ਜਿਹੜੇ ਤੁਸੀਂ ਬਿੱਲ ਪਾਸ ਕੀਤੇ ਸੀ ਸਤੰਬਰ ਵਿੱਚ, ਉਹਨਾਂ ਦੇ ਵਿੱਚ ਲਾਸਟ ਸੈਕਸ਼ਨ 'ਚ ਲਿਖਿਆ ਹੋਇਆ ਕਿ ਇਹ ਕਾਨੂੰਨ 5 ਜੂਨ 2020 ਤੋਂ ਆਪਣੇ ਆਪ ਲਾਗੂ ਹੋ ਚੁੱਕੇ ਹਨ। ਉਹਦੇ ਵਿੱਚ ਸਟੇਟ ਦਾ ਕੋਈ ਰੋਲ ਨਹੀਂ ਹੈਗਾ ਕਿ ਉਹਨਾਂ ਨੇ ਲਾਗੂ ਕਰਨੇ ਆ ਕਿ ਨਹੀਂ ਕਰਨੇ। ਤੁਸੀਂ ਸੂਬੇ ਨੂੰ ਬਾਹਰ ਕੱਢ ਦਿੱਤਾ ਉਹਨਾਂ ਕਾਨੂੰਨਾਂ ਅਨੁਸਾਰ, ਔਰ ਸੂਬੇ ਦਾ ਜਿਹੜਾ APMC ਐਕਟ ਆ ਉਹਨੂੰ ਜ਼ੀਰੋ ਕਰਨ ਲਈ ਦੋਵਾਂ ਐਕਟ ਦੇ ਵਿੱਚ ਇੱਕ ਪ੍ਰੋਵੀਜ਼ਨ ਪਾਈ ਹੋਈ ਆ ਕਿ APMC ਦੇ ਕਾਨੂੰਨ ਜਿਹੜੇ ਆ ਉਹ ਖੇਤੀਬਾੜੀ ਏਜੰਸੀਆਂ ਜਿਹੜੀਆਂ ਇਸ ਐਕਟ ਅਧੀਨ ਹੋਣਗੀਆਂ ਖਰੀਦ ਉਹਦੇ ਤੇ ਲਾਗੂ ਨਹੀਂ ਹੋਣਗੇ। ਇਸ ਕਰਕੇ ਕਿਸੇ ਨੇ ਲਾਗੂ ਨਹੀਂ ਕੀਤਾ ਕਾਨੂੰਨ। ਇਹ ਅਸੀਂ ਨਹੀਂ ਲਾਗੂ ਕੀਤੇ, ਅਸੀਂ ਤਾਂ ਟੁੱਥ ਐਂਡ ਨੇਲ ਲੜ ਰਹੇ ਆ ਕਾਨੂੰਨ ਰੱਦ ਕਰਾਉਣ ਲਈ। ਅਸੀਂ ਤਾਂ ਜਾਨ ਤਲੀ ਤੇ ਰੱਖੀ ਬੈਠੇ ਆ। ਤੁਸੀਂ ਮੇਰੀ ਕੁਰਬਾਨੀ ਲਾਓ ਜਿੱਥੇ ਲੈਣੀ ਆ ਕਾਨੂੰਨ ਰੱਦ ਕਰਾਉਣ ਲਈ। ਜੇ ਮੇਤੋਂ ਕੁਝ ਕਰਾਉਣਾ ਉਹ ਕਰਵਾ ਲਓ। ਤੁਸੀਂ ਸਾਡੇ ਤੇ ਹੀ ਦੋਸ਼ ਲਾਈ ਜਾਂਦੇ ਹੋ ਕਿ ਅਸੀਂ ਕਾਨੂੰਨ। ਜਗਤਾਰ ਜੀ ਆਪਾਂ ਜਵਾਬ ਲੈਣੇ ਆ। ਜਗਤਾਰ ਜੀ ਆਪਾਂ ਜਵਾਬ ਲੈਣੇ ਆ, ਪਰ ਇੱਕ ਸਵਾਲ ਮੈਂ ਤੁਹਾਡੇ ਤੋਂ ਵੀ ਲੈਣਾ ਚਾਹੁੰਦਾ ਹੈ। ਜੋ ਤੁਸੀਂ ਸੋਢੀ ਸਾਹਿਬ ਨੂੰ ਕਹਿ ਰਹੇ ਹੈ ਕਿ ਵੀ ਇਹ ਤਾਂ
ਤਿੰਨੇ ਖੇਤੀ ਕਾਨੂੰਨ ਆਪਣੇ ਆਪ ਹੀ ਲਾਗੂ ਹੋ ਗਏ, ਲੋੜ ਹੀ ਨਹੀਂ ਸਟੇਟਾਂ ਤੋਂ ਪੁੱਛਣ ਦੀ। ਜੇ ਸਟੇਟਸ ਤੋਂ ਪੁੱਛਣ ਦੀ ਲੋੜ ਨਹੀਂ ਸੀ ਸਿੰਗੜਾ ਸਾਹਿਬ, ਤਾਂ ਪੰਜਾਬ 'ਚ ਆਮ ਆਦਮੀ ਪਾਰਟੀ ਮੁੱਖ ਵਿਰੋਧੀ ਧਿਰ ਹੈ, ਤੇ ਆਮ ਆਦਮੀ ਪਾਰਟੀ ਫਿਰ ਕਿਉਂ ਕਹਿ ਰਹੀ ਹੈ ਕੈਪਟਨ ਅਮਰਿੰਦਰ ਨੂੰ ਕਿ ਇਸ ਮੁੱਦੇ ਤੇ ਅਸੀਂ ਤੁਹਾਡੀ ਹਮਾਇਤ ਕੀਤੀ ਸੀ? ਇਹ ਤਾਂ ਫਿਰ ਉਹ ਹਮਾਇਤ ਕਰਨੀ ਜਾਂ ਨਾ ਕਰਨੀ ਬੇਮੈਣਾ ਹੋ ਜਾਂਦੀ ਹੈ ਸਿੰਗੜਾ ਜੀ। ਨਹੀਂ ਸਿੱਧੂ ਸਾਹਿਬ, ਇਸ ਤਰ੍ਹਾਂ ਨਹੀਂ ਹੈ, ਇਹ ਕਾਨੂੰਨੀ ਗੱਲ ਹੈ। ਮੈਂ ਦੱਸਦਾ ਤੁਹਾਨੂੰ, ਤੁਹਾਡਾ ਬਿਲਕੁਲ ਵਾਜਬ ਹੈ ਸਵਾਲ। ਅਸੀਂ ਜੋ ਸਾਨੂੰ ਕਿਹਾ ਗਿਆ ਸੀ ਅਸੀਂ ਕਰਾਂਗੇ, ਕੈਪਟਨ ਸਾਹਿਬ ਨੇ ਉਦਾਂ ਨਹੀਂ ਸੀ ਕੀਤਾ, ਉਹਨਾਂ ਨੇ ਇਹਨਾਂ ਕਾਨੂੰਨਾਂ 'ਚ ਅਮੈਂਡਮੈਂਟ ਕਰਤੀ। ਜੇ ਅਸੀਂ ਇਹਨਾਂ ਕਾਨੂੰਨਾਂ 'ਚ ਅਮੈਂਡਮੈਂਟ ਕਰ ਦਿੰਦੇ ਆ, ਉਹਦਾ ਇੱਕ ਸੈਕਸ਼ਨ ਹੈਗਾ ਆ ਕੇਂਦਰ ਦੇ ਕਾਨੂੰਨਾਂ 'ਚ ਕੁਝ ਅਮੈਂਡਮੈਂਟ ਹੋ ਸਕਦੀਆਂ ਜਿਹੜੀਆਂ ਕਿਸੇ ਧਾਰਾ ਅਧੀਨ ਜਿਹੜੀ ਕਿ ਬਹੁਤਾ ਨੂੰ ਇਫੈਕਟ ਨਾ ਕਰਦੀ ਹੋਵੇ। ਕਿ ਕੈਪਟਨ ਸਾਹਿਬ ਨੇ ਅਮੈਂਡਮੈਂਟ ਕੀਤੀਆਂ, ਇਹਦਾ ਮਤਲਬ ਅਸੀਂ ਉਹ ਕਾਨੂੰਨ ਮੰਨ ਲਏ ਆ। ਉਹ ਅਮੈਂਡਮੈਂਟ ਜਿਹੜੀਆਂ ਉਹ ਸਾਡਾ ਪਰਪਸ ਸੋਲਵ ਨਹੀਂ ਕਰਦੀਆਂ। ਸਾਨੂੰ ਇਹਨਾਂ ਨੇ ਕੋਈ ਦੱਸਿਆ ਹੋਰ ਸੀ, ਅਮੈਂਡਮੈਂਟ ਕੁਝ ਹੋਰ ਕਰਤੀਆਂ। ਅਸਲ 'ਚ ਜਿਹੜਾ ਪਾਸ ਕਰਨਾ ਸੀ ਉਹ ਤਾਂ ਇਹਨਾਂ ਦੇ ਵਿਰੋਧ 'ਚ ਪਾਸ ਕਰਨਾ ਸੀ। ਇਹ ਵਿਰੋਧ ਦਾ ਤਰੀਕਾ ਹੈ ਇਹਦੇ ਆਪਣਾ ਡੈਮੋਕ੍ਰੇਸੀ ਦੇ ਵਿੱਚ। ਜਿੱਦਾਂ ਛੋਟੀ ਸਾਹਿਬ ਕੇਜਰੀਵਾਲ ਨੇ ਪਾੜ ਦਿੱਤੇ ਕਾਨੂੰਨ ਉਹਦੇ ਅਸੈਂਬਲੀ 'ਚ, ਉਹਦਾ ਕੀ ਮਤਲਬ? ਇਹ ਸੰਕੇਤਕ ਵਿਰੋਧ ਨੇ। ਅਸਲੀ ਬਿਜਲੀ ਦੇ ਬਿੱਲ ਵੀ ਪਾੜੇ ਆ। ਇਹਦਾ ਮਤਲਬ ਇਹ ਨਹੀਂ ਹੈ ਕਿ ਬਿਜਲੀ ਦਾ ਬਿੱਲ ਜਿਹੜਾ ਡਿਊ ਆ ਉਹ ਖਤਮ ਹੋ ਗਿਆ। ਇਹ ਇੱਕ ਓਕੇ ਤੁਹਾਡੀ ਗੱਲ ਆ ਗਈ ਸਾਹਿਬ ਜੀ। ਸਿੰਗੜਾ ਸਾਹਿਬ ਤੁਹਾਡਾ ਵਿਊ ਪੁਆਇੰਟ ਆ ਗਿਆ। ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ, ਥੈਂਕ ਯੂ। ਛੋਟੀ ਸਾਹਿਬ ਮੈਂ ਜਵਾਬ ਕੰਗ ਸਾਹਿਬ ਤੋਂ ਹੀ ਲੈਣਾ, ਪਰ ਪਹਿਲਾਂ ਇਸ ਮੁੱਦੇ ਤੇ ਇੱਕ ਜਵਾਬ ਤੁਹਾਡੇ ਤੋਂ ਜ਼ਰੂਰ ਲੈਣਾ ਚਾਹਾਂਗਾ। ਸਿੰਗੜਾ ਜੀ ਨੇ ਕਿਹਾ ਕਿ ਜਿਹੜਾ ਕਾਨੂੰਨ ਤਾਂ ਲਾਗੂ ਕੀਤਾ ਕੇਂਦਰ ਨੇ, ਤੇ ਉਹਨਾਂ ਨੇ ਕਿਹਾ ਕਿ ਆਪਣੇ ਆਪ ਹੀ ਸਾਰੇ ਸੂਬਿਆਂ 'ਚ ਲਾਗੂ ਹੁੰਦਾ ਹੈ, ਤਾਂ ਫਿਰ ਕੇਜਰੀਵਾਲ ਨੇ ਕਿਹੜੇ ਚਵਾਰੇ ਤੇ ਲਾਗੂ ਕਰਨਾ ਸੀ ਇਹ ਕਾਨੂੰਨ? ਸਿੰਗੜਾ ਸਾਹਿਬ ਦਾ ਕਹਿਣਾ ਹੈ। ਦੇਖੋ ਸਿੱਧੂ ਸਾਹਿਬ, ਗੱਲ ਇਸ ਤਰ੍ਹਾਂ ਹੈ, ਮੈਂ ਪਹਿਲਾਂ ਵੀ ਗੱਲ ਤੁਹਾਡੇ ਸਾਹਮਣੇ ਰੱਖੀ ਹੈ ਵੀ ਚਾਹੇ ਉਹ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਹੈ, ਚਾਹੇ ਅਕਾਲੀ ਦਲ ਹੈ, ਤੇ ਚਾਹੇ ਜਿਹੜਾ ਹੈਗਾ ਆਪਣੀ ਆਮ ਆਦਮੀ ਪਾਰਟੀ ਹੈ। ਦੇਖੋ ਅੱਜ ਜੇ ਸਾਨੂੰ ਕੋਈ ਬੰਦਾ ਇਹ ਗੱਲ ਕਹਿ ਦੇ ਕਿ ਤੁਸੀਂ ਇਹ ਕਾਗਜ਼ ਦੇ ਉੱਪਰ ਦਸਤਖਤ ਕਰ ਦਿਓ, ਬੰਦਾ ਦਸਤਖਤ ਕਰਨ ਤੋਂ ਪਹਿਲਾਂ ਉਹਨੂੰ 20 ਵਾਰੀ ਪੜ੍ਹਦਾ ਹੈ ਵੀ ਇਹ ਮੈਂ ਦਸਤਖਤ ਕਾਸ ਤੇ ਕਰ ਰਿਹਾ। ਹੁਣ ਜਿਹੜੀ ਵਿਧਾਨ ਸਭਾ ਦੀ ਗੱਲ ਸੰਘੇੜਾ ਸਾਹਿਬ ਨੇ ਕੀਤੀ ਹੈ, ਮੇਰੇ ਬਹੁਤ ਹੀ ਸਤਿਕਾਰਯੋਗ ਨੇ ਅਫਸਰ ਰਹੇ ਨੇ, ਇਹਨਾਂ ਨੇ ਵੀ ਮੈਨੂੰ ਲੱਗਦਾ ਵੀ ਆਪਣੇ ਨੌਕਰੀ ਦੌਰਾਨ ਕਦੇ ਕਾਗਜ਼ ਪੜ੍ਹੇ ਬਿਨਾਂ ਦਸਤਖਤ ਨਹੀਂ ਕੀਤੇ ਹੋਣੇ। ਇਹਨਾਂ ਨੂੰ ਪਤਾ ਇਸ ਗੱਲ ਦਾ। ਜਦੋਂ ਸਾਡੇ ਕੋਲੇ ਉਹਨਾਂ ਨੇ ਏਜੰਡਾ ਦਿੱਤਾ, ਅਸੀਂ ਏਜੰਡਾ ਵਿਧਾਨ ਸਭਾ ਦੇ ਵਿੱਚ ਪੜ੍ਹਿਆ, ਤੇ ਪੜ੍ਹਨ ਤੋਂ ਬਾਅਦ ਅਸੀਂ ਉਹਨੂੰ ਪਾਸ ਵੀ ਕੀਤਾ, ਔਰ ਅਸੀਂ ਉਹਦੇ ਆਪਣੇ ਰਾਜਪਾਲ ਜੀ ਦੀ ਗਵਰਨਰ ਦੀ ਕੋਠੀ ਵੀ ਗਏ, ਅਸੀਂ ਉੱਥੇ ਜਾ ਕੇ ਫੋਟੋਆਂ ਵੀ ਖਿਚਵਾਈਆਂ। ਲੇਕਿਨ ਸ਼ਾਮ ਨੂੰ ਅਸੀਂ ਉਸ ਤੋਂ ਬਾਅਦ ਸ਼ਾਮ ਨੂੰ ਆ ਕੇ ਅਸੀਂ ਜਿਹੜਾ ਸੀਗਾ ਮੋੜ ਕੱਟ ਗਏ। ਸੋ ਮੇਰਾ ਕਹਿਣਾ ਕੀ ਹੈ ਕਿ ਜਿਹੜਾ 2022 ਦਾ ਇਲੈਕਸ਼ਨ ਹੈ ਸਿੱਧੂ ਸਾਹਿਬ, ਉਹਦੇ ਲਈ ਸਾਰੀਆਂ ਜਿਹੜੀਆਂ ਪਾਰਟੀਆਂ ਵਿਰੋਧੀ ਤਰਲੋ ਮੱਛੀ ਹੋ ਰਹੀਆਂ ਨੇ। ਜੇ ਕਿਸਾਨ ਤੇ ਕਿਸਾਨਾਂ ਦੇ ਵਿਚਾਲੇ ਕੋਈ ਗੱਲਬਾਤ ਦਾ ਮਾਹੌਲ ਬਣਦਾ ਹੈ, ਇਹਨਾਂ ਲਈ ਵੀ ਫਾਇਦੇਮੰਦ ਹੈ, ਉਹਨਾਂ ਲਈ ਵੀ ਫਾਇਦੇਮੰਦ ਹੈ। ਸੋ ਉਹਦੇ ਮਾਹੌਲ ਲਈ ਇੱਕ ਸਾਰਥਕ ਮਾਹੌਲ ਬਣਾਉਣ ਦੀ ਲੋੜ ਹੈ। ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਚਲੋ ਸਾਰੀਆਂ ਪਾਰਟੀਆਂ ਦਾ ਫਰਜ਼ ਬਣਦਾ ਹੈ, ਚਾਹੇ ਉਹ ਚੁਣੇ ਹੋਏ ਨੁਮਾਇੰਦੇ ਨੇ, ਚਾਹੇ ਮੁੱਖ ਮੰਤਰੀ ਦਿੱਲੀ ਦੇ ਨੇ, ਚਾਹੇ ਮੁੱਖ ਮੰਤਰੀ ਪੰਜਾਬ ਦੇ ਨੇ, ਕਿ ਉਹ ਵੀ ਜਾ ਕੇ ਪੀਐਮ ਸਾਹਿਬ ਨਾਲ ਗੱਲ ਕਰਨ ਇਸ ਵਿਸ਼ੇ ਤੇ। ਓਕੇ ਥੈਂਕ ਯੂ ਵੈਰੀ ਮਚ। ਕੰਗ ਸਾਹਿਬ ਸੋਢੀ ਸਾਹਿਬ ਨੇ ਅੜਚਣ ਬਣਦੇ ਚੰਗੀ ਗੱਲ ਆ ਜੀ, ਸਾਰਥਕ ਮਾਹੌਲ ਬਣੇ। ਮੈਂ ਹੁਣ ਕੰਗ ਸਾਹਿਬ ਦਾ ਟਾਈਮ ਨਹੀਂ ਲੈਣਾ ਚਾਹੁੰਦਾ, ਆਪਣੇ ਦੋਨਾਂ 'ਚ ਬਹਿਸ ਹੋਈ ਚੱਲੇ, ਇਹਨਾਂ ਨੂੰ ਮੌਕਾ ਨਾ ਮਿਲੇ। ਓਕੇ ਪਰ ਜੀ ਸਿੰਗੜਾ ਸਾਹਿਬ ਮੈਂ ਤੁਹਾਡੇ ਵੱਲ ਆਉਣਾ ਹੈ, ਸਵਾਗਤ ਕਰਾਂਗੇ ਜੇ ਤੁਸੀਂ ਸਾਰਥਕ ਮਾਹੌਲ ਕ੍ਰੀਏਟ ਕਰੋ ਤਾਂ। ਓਕੇ ਮੈਂ ਤੁਹਾਡੇ ਵੱਲ ਆਵਾਂਗਾ। ਕੰਗ ਸਾਹਿਬ ਸੋਢੀ ਸਾਹਿਬ ਨੇ ਇੱਕ ਬਹੁਤ ਅਹਿਮ ਸਵਾਲ ਜਿਹੜਾ ਹੈਗਾ ਆਪਣੇ ਜਵਾਬ 'ਚ ਛੱਡ ਕੇ ਗਏ ਹੈ। ਉਹ ਕਹਿੰਦੇ ਕਿ 22 ਦੀਆਂ ਚੋਣਾਂ ਆ ਰਹੀਆਂ, ਸਾਰਥਕ ਮਾਹੌਲ ਬਣੇ, ਮਸਲੇ ਦਾ ਹੱਲ ਹੋਣਾ ਚਾਹੀਦਾ ਹੈ। ਕੰਗ ਸਾਹਿਬ ਤੁਸੀਂ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਹੋ, ਸਿੱਧੀ ਜੀ ਗੱਲ, ਸਿੱਧਾ ਸਵਾਲ ਜਿਹੜਾ ਹੈਗਾ ਕਿਸਾਨ ਅੰਦੋਲਨ ਹੱਲ ਹੁੰਦਾ ਹੈ, ਮਸਲੇ ਦਾ ਹੱਲ ਹੁੰਦਾ। ਸੋਢੀ ਸਾਹਿਬ ਵੀ ਕਹਿੰਦੇ ਸਾਰੀਆਂ ਤਰ੍ਹਾਂ ਸਵਾਗਤ ਵੀ ਕਰਨੀਆਂ। ਜੇ ਕਿਸਾਨ ਅੰਦੋਲਨ ਦਾ ਹੱਲ ਨਹੀਂ ਨਿਕਲਦਾ ਤਾਂ ਭਾਜਪਾ ਦੇ ਲਈ ਜ਼ਮੀਨੀ ਹਕੀਕਤਾਂ, ਦੂਜੀਆਂ ਧਿਰਾਂ ਦੇ ਲਈ ਜ਼ਮੀਨੀ ਹਕੀਕਤਾਂ ਕੀ ਹੋਣਗੀਆਂ ਜੇ ਕਿਸਾਨ ਅੰਦੋਲਨ ਇਸੇ ਤਰੀਕੇ ਨਾਲ ਚੱਲਦਾ ਹੈ 22 ਦੀਆਂ ਚੋਣਾਂ ਤੱਕ? ਕੰਗ ਸਾਹਿਬ ਵੇਖੋ ਜੀ ਸਿੱਧੂ ਸਾਹਿਬ, ਇੱਕ ਗੱਲ ਪਹਿਲਾਂ ਮੈਂ ਸਪਸ਼ਟ ਕਰਦਾ ਸੋਢੀ ਸਾਹਿਬ ਨੂੰ, ਐਜ ਏ ਜ਼ਿੰਮੇਵਾਰ ਪੰਜਾਬੀ ਹੋਣ ਦੇ ਨਾਤੇ ਸੋਢੀ ਸਾਹਿਬ ਇਸ ਗੱਲ ਤੋਂ ਐਗਰੀ ਨਹੀਂ ਕਰਦੇ ਵੀ ਜਿਹੜਾ ਐਗਰੀਕਲਚਰ ਸੂਬਿਆਂ ਦਾ ਅਧਿਕਾਰ ਹੈ ਤੇ ਸੈਂਟਰ ਨੇ ਕਾਨੂੰਨ ਹੀ ਕਿਉਂ ਬਣਾਏ। ਕਿ ਇਹਨਾਂ ਨੂੰ ਇਸ ਗੱਲ ਦਾ ਵਿਰੋਧ ਨਹੀਂ ਪਹਿਲੀ ਗੱਲ ਕਰਨਾ ਚਾਹੀਦਾ, ਚਾਹੇ ਬੀਜੇਪੀ 'ਚ ਹੀ ਹੈ, ਇਹਨਾਂ ਨੂੰ ਇਸ ਗੱਲ ਦਾ ਵਿਰੋਧ ਕਰਨਾ ਚਾਹੀਦਾ ਵੀ ਐਗਰੀਕਲਚਰ ਜਿਹੜਾ ਸਬਜੈਕਟ ਹੈ ਸੂਬਿਆਂ ਦਾ ਅਧਿਕਾਰ ਹੈ। ਹੁਣ ਜਦੋਂ ਸੈਂਟਰ ਨੇ ਇਹ ਤੇ ਕਾਨੂੰਨ ਬਣਾਤੇ ਤੇ ਆ ਜਿਹੜੀ ਆਪਾਂ ਡਿਬੇਟ ਕਰ ਰਹੇ ਹਾਂ, ਨਹੀਂ ਪੰਜਾਬ ਸਰਕਾਰ ਨੇ ਕੀ ਕੀਤਾ, ਦਿੱਲੀ ਨੇ ਕੀ ਕੀਤਾ, ਇਹ ਬੇਈਮਾਨੀ, ਇਹਦੇ 'ਚ ਕੋਈ ਫਾਇਦਾ ਨਹੀਂ। ਇਹ ਸਿਰਫ ਤੇ ਸਿਰਫ ਇੱਕ ਤਰ੍ਹਾਂ ਵਿਰੋਧ ਕਰਨ ਦੇ ਤਰੀਕੇ ਆ, ਇਹਦੇ 'ਚ ਕੱਢਣ ਪਾਉਣ ਨੂੰ ਕੁਛ ਨਹੀਂ। ਇਸ ਕਰਕੇ ਜੇਕਰ ਸੈਂਟਰ ਸਰਕਾਰ ਸਿੱਧੇ ਫੈਡਰਲ ਸਟਰਕਚਰ 'ਚ ਦਖਲ ਦੇ ਰਹੀ ਆ,
ਦਖਲਅੰਦਾਜ਼ੀ ਕਰ ਰਹੀ ਹੈ, ਜਿਹੜੀ ਕਿ ਸਾਡੇ ਸੰਵਿਧਾਨ 'ਚ ਸੂਬਿਆਂ ਨੂੰ ਅਧਿਕਾਰ ਦਿੱਤਾ ਹੈ, ਉਹਦੇ ਖਿਲਾਫ ਵੀ ਪੰਜਾਬ ਬੀਜੇਪੀ ਦੇ ਜ਼ਿੰਮੇਵਾਰ ਜਿਹੜੇ ਲੀਡਰ ਹੈਗਾ ਸੋਢੀ ਸਾਹਿਬ ਹੈ, ਪਹਿਲੀ ਗੱਲ ਉਹਨਾਂ ਨੂੰ ਇਹ ਤੇ ਸਪਸ਼ਟ ਜਿਹੜੀ ਆਪਣੀ ਰਾਏ ਰੱਖਣੀ ਚਾਹੀਦੀ ਹੈ। ਦੂਸਰੀ ਜਿਹੜੀ ਗੱਲ, ਪਹਿਲੇ ਦਿਨ ਤੋਂ ਹੀ ਸਿੱਧੂ ਸਾਹਿਬ ਤੁਸੀਂ ਦੇਖਿਆ ਹੋਣਾ ਪਿਛਲੇ 1 ਸਾਲ ਤੋਂ ਬੀਜੇਪੀ ਜਿਹੜੀ ਹੈ ਉਹ ਦੋਗਲਾ ਔਰ ਦੋਹਰਾ ਮਾਪਦੰਡ ਅਪਣਾਉਂਦੀ ਆ। 2-4 ਲੀਡਰ ਇਹਨਾਂ ਦੇ ਕਹਿਣਗੇ ਜੀ ਇਹ ਕਿਸਾਨਾਂ ਦੇ ਨਾਲ ਹੈ, ਅਸੀਂ ਕਿਸਾਨ ਹੈ, ਅਸੀਂ ਸਾਡੀ ਹਮਦਰਦੀ ਆ। 2-4 ਲੀਡਰ ਇਹਨਾਂ ਨੇ ਟੀਵੀ ਤੇ ਬਿਠਾਏ ਹੁੰਦੇ ਜਿਹੜੇ ਸਾਰਾ ਦਿਨ ਸਵੇਰ ਤੋਂ ਸ਼ਾਮ ਤੱਕ ਕਿਸਾਨਾਂ ਨਾਲ, ਇਹ ਇਹਨਾਂ ਦੀ ਪਾਲਿਸੀ ਦਾ ਇੱਕ ਪਾਰਟ ਹੈ। ਅੱਜ ਜਦੋਂ 2022 ਦੇ ਇਲੈਕਸ਼ਨ ਆ ਗਏ ਔਰ ਉਹਦਾ ਸਭ ਤੋਂ ਵੱਧ ਨੁਕਸਾਨ ਇਹਨਾਂ ਨੂੰ ਬੰਗਾਲ ਤੋਂ ਬਾਅਦ ਯੂਪੀ 'ਚ ਹੋ ਰਿਹਾ, ਪੰਜਾਬ 'ਚ ਇਹਨਾਂ ਨੂੰ ਕੋਈ ਲੈਣਾ ਦੇਣਾ, ਇਹਨਾਂ ਦੇ ਪੰਜਾਬ 'ਚ ਇਹਨਾਂ ਦੇ ਪੱਲੇ ਕੁਛ ਨਹੀਂਗਾ, ਇਹ ਅਨਿਲ ਜੋਸ਼ੀ ਵੀ ਕਹਿ ਚੁੱਕੇ ਆ। ਲੇਕਿਨ ਯੂਪੀ 'ਚ ਰਾਜਨੀਤਿਕ ਜਿਹੜਾ ਨੁਕਸਾਨ ਇਹਨਾਂ ਦਾ ਹੋ ਰਿਹਾ, ਉਹਨੂੰ ਮੱਦੇਨਜ਼ਰ ਰੱਖ ਕੇ ਪੰਜਾਬ 'ਚ ਜ਼ਮੀਨ ਰਾਜਨੀਤਿਕ ਤਲਾਸ਼ੀ ਜਾਵੇ, ਉਹਦੇ ਲਈ ਨਕਲੀ ਸਿੱਖਾਂ ਨੂੰ ਜਾਂ ਸੋ ਕਾਲਡ ਖਾਲਿਸਤਾਨੀਆਂ ਨੂੰ ਆਪਣੀ ਸਟੇਜ ਤੇ ਖੜਾ ਕਰਕੇ ਕਿਸਾਨਾਂ ਦੇ ਪ੍ਰਤੀ ਨਕਲੀ ਹਮਦਰਦੀ ਜਿਹੜੀ ਆ ਉਹ ਜਿਤਾਉਣ ਦੀ ਕੋਸ਼ਿਸ਼ ਕਰ ਰਹੇ ਆ। ਕਿਸਾਨਾਂ ਨਾਲ ਹਮਦਰਦੀ ਨਹੀਂ ਆ। ਦੂਸਰਾ ਜਿਹੜਾ ਸਵਾਲ ਤੁਸੀਂ ਦੱਸਿਆ, ਦੂਸਰਾ ਜਿਹੜਾ ਤੁਸੀਂ ਇੰਪੋਰਟੈਂਟ ਸਵਾਲ ਕੀਤਾ ਵੀ ਇਹਦਾ ਇੰਪੈਕਟ 2022 ਤੇ ਕੀ ਹੋਊਗਾ, ਇਹਦਾ ਸਭ ਤੋਂ ਇੰਪੋਰਟੈਂਟ ਇੰਪੈਕਟ ਜਿਹੜਾ 2022 ਤੇ ਹੋਊਗਾ, 2022 ਦਾ ਜਿਹੜਾ ਏਜੰਡਾ ਹੋਊਗਾ ਉਹ ਐਗਰੀਕਲਚਰ, ਕਿਸਾਨ, ਮਜ਼ਦੂਰ, ਆੜਤੀਆ, ਉਹਨਾਂ ਦੇ ਜਿਹੜੀ ਹਿੱਸੇਦਾਰੀ ਆ, ਉਹਨਾਂ ਦੇ ਜਿਹੜੇ ਹੱਕ ਹੈ ਉਹ ਸੈਂਟਰਲਾਈਜ਼ ਹੋਊਗਾ। ਗਰੀਬ ਦੇ ਔਰ ਕਿਸਾਨ ਦੇ ਜਿਹੜੇ ਪ੍ਰਤੀ ਜਿਹੜੀਆਂ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਉਹਨਾਂ ਨੂੰ ਸੈਂਟਰਲਾਈਜ਼ ਰੱਖ ਕੇ ਜਿਹੜਾ ਕੋਈ ਗੱਲ ਕਰੂਗਾ ਔਰ ਜਵਾਬਦੇਹੀ ਨਾਲ, ਨਕਲੀ ਨਹੀਂ, ਦਿਖਾਵੇ ਵਾਸਤੇ ਨਹੀਂ, ਜਿਸ ਤਰ੍ਹਾਂ ਭਾਜਪਾ ਅੱਜ ਕਰ ਰਹੀ ਆ, ਦਿਖਾਵੇ ਵਾਸਤੇ ਨਹੀਂ, ਕ੍ਰੈਡੀਬਿਲਿਟੀ ਨਾਲ, ਅਕਾਊਂਟੇਬਿਲਿਟੀ ਨਾਲ ਜਿਹੜੇ ਲੀਡਰ ਆਉਣਗੇ ਲੋਕ ਉਹਨਾਂ ਨੂੰ ਹੰਗਾਰਾ ਦੇਣਗੇ, ਨਹੀਂ ਤੇ ਬਾਕੀ ਸਾਰਿਆਂ ਨੂੰ ਨਕਾਰਨਗੇ। ਓਕੇ ਸੋਢੀ ਸਾਹਿਬ, ਤੁਸੀਂ ਕਿਸਾਨ ਮੁੱਦੇ ਤੇ ਗੱਲ ਦਾ ਜਵਾਬ ਜ਼ਰੂਰ ਦਿਓ, ਪਰ ਕੰਗ ਸਾਹਿਬ ਲਗਾਤਾਰ 2 ਵਾਰ ਆਪਣੀ ਡਿਬੇਟ 'ਚ ਗੱਲ ਕਹਿ ਚੁੱਕੇ ਹੈ ਕਿ ਭਾਜਪਾ ਵਾਲੇ ਸੋ ਕਾਲਡ ਅਖੌਤੀ ਖਾਲਿਸਤਾਨੀ ਉਹਨਾਂ ਦੇ ਗਲਾਂ 'ਚ ਜਿਹੜੇ ਸਰੂਪੇ ਪਾ ਕੇ ਉਹਨਾਂ ਨੂੰ ਸ਼ਾਮਲ ਕਰ ਰਹੇ ਹੈ। ਇਹ ਕਿਸ ਪਾਸੇ ਦੀ ਰਾਜਨੀਤੀ ਕਰ ਰਿਹਾ, ਜਦੋਂ ਕਿ ਦੂਜੇ ਪਾਸੇ ਭਾਜਪਾ ਦੇ ਆਗੂ ਖੁਦ ਜਿਹੜਾ ਹੈਗਾ ਕਿਸਾਨ ਆਗੂਆਂ ਦੇ ਕਹਿੰਦੇ ਰਹੇ ਹੈ ਕਿ ਜੀ ਇਹ ਖਾਲਿਸਤਾਨੀ ਹੈ, ਇਹ ਨਕਸਲਵਾੜੀ ਹੈ, ਤੇ ਹੁਣ ਉਹ ਕਹਿੰਦੇ ਵੀ ਜਵਾਬ ਦਿਓ, ਜਦੋਂ ਆਪਾਂ ਹੀ ਉਸ ਲਹਿਰ ਨਾਲ ਜਿਹੜੇ ਜੁੜੇ ਹੋਏ ਨੇਤਾ ਸੀਗੇ ਖਾਲਿਸਤਾਨ ਦੀ ਹਮਾਇਤ ਕਰਦੇ ਰਹੇ, ਹੁਣ ਆਪਾਂ ਉਹਨਾਂ ਦੇ ਗਲਾਂ 'ਚ ਜਿਹੜੇ ਹੈਗੇ ਸਰੂਪੇ ਪਾ ਰਹੇ ਹਾਂ, ਇਸ ਦਾ ਜਵਾਬ ਵੀ ਤਾਂ ਭਾਜਪਾ ਨੂੰ ਦੇਣਾ ਪਏਗਾ ਨਾ ਜੀ ਸੋਢੀ ਸਾਹਿਬ। ਦੇਖੋ ਸਿੱਧੂ ਸਾਹਿਬ, ਗੱਲ ਇਸ ਤਰ੍ਹਾਂ ਹੈ, ਕੰਗ ਸਾਹਿਬ ਵੀ ਭਾਰਤੀ ਜਨਤਾ ਪਾਰਟੀ 'ਚ ਕੰਮ ਕਰਦੇ ਰਹੇ ਨੇ, ਬੜੇ ਵੱਡੇ ਅਹੁਦਿਆਂ ਤੇ ਰਹੇ ਨੇ। ਦੇਖੋ ਕਿਸੇ ਨੂੰ ਆਪਾਂ ਅਖੌਤੀ ਸਿੱਖ ਕਹੀਏ, ਨਕਲੀ ਸਿੱਖ ਕਹੀਏ, ਇਹ ਗੱਲ ਮੈਂ ਇਸ ਗੱਲ 'ਚ ਵਿਸ਼ਵਾਸ ਨਹੀਂ ਰੱਖਦਾ। ਹਰ ਕੋਈ ਬੰਦਾ ਆਪਣੇ ਆਪ ਦੇ ਵਿੱਚ ਆਪਣੇ ਜਿਹੜਾ ਉਹਦਾ ਰੀਤੀ ਰਿਵਾਜ ਹੈ ਜਾਂ ਉਹਦਾ ਧਰਮ ਹੈ, ਹਰ ਬੰਦਾ ਆਪਣੇ ਆਪ ਦੇ ਵਿੱਚ ਪਰਪੱਕ ਹੈ, ਉਹ ਕਹਾਉਂਦਾ ਹੈ। ਦੇਖੋ ਜਿਸ ਤਰ੍ਹਾਂ ਦੇ ਦਿੱਲੀ ਵਿੱਚ ਜਾ ਕੇ ਜਿਹੜੀ ਕੰਗ ਸਾਹਿਬ ਨੇ ਗੱਲ ਕੀਤੀ ਹੈ ਕਿ ਉੱਥੇ ਜਿਹੜੇ ਸਿੱਖ ਚਿਹਰੇ ਸ਼ਾਮਲ ਕੀਤੇ ਗਏ ਨੇ, ਹੁਣ ਜੇ ਉਹਦੇ ਵਿੱਚ ਜਗਤਾਰ ਜੀ ਤੁਸੀਂ ਵੀ ਪੰਜਾਬ ਦੇ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਹੋ, ਜੇ ਹੁਣ ਕਿਸੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹੋਏ ਨੇ ਜਾਂ ਕੋਈ ਵਕੀਲ ਸ਼ਾਮਲ ਹੋਏ ਨੇ, ਜਾਂ ਆਪਾਂ ਕਹਿ ਲਈਏ ਕਿ ਸਮੇਂ-ਸਮੇਂ ਤੇ ਬੰਦਾ ਕਿਸੇ ਜਥੇਬੰਦੀ 'ਚ ਕੰਮ ਕਰਦਾ, ਕਿਸੇ ਜਥੇਬੰਦੀ 'ਚ ਕੰਮ ਕਰਦਾ, ਤੇ ਉਹ ਕਿਸੇ ਸਮੇਂ ਦੇ ਮੁਤਾਬਕ ਆਪਾਂ ਤੁਲਨਾ ਕਰੀਏ ਤੇ ਬਾਅਦ ਦੇ ਵਿੱਚ ਉਹਦੇ 'ਚ ਕੋਈ ਚੇਂਜਸ ਆਉਂਦੀਆਂ ਤੇ ਉਹ ਬੰਦਾ ਰਾਜਨੀਤੀ ਦੇ ਵਿੱਚ ਆ ਕੇ ਜੁਆਇਨ ਕਰ ਲੈਂਦਾ, ਕਿਸੇ ਪਾਰਟੀ ਨੂੰ ਕਰ ਲੈਂਦਾ, ਉਹ ਬੰਦੇ ਦੀ ਆਪਣੀ ਮਨਸ਼ ਹੈ। ਕਿਸੇ ਨੇ ਧੱਕੇ ਦੇ ਨਾਲ ਥੋੜਾ ਜਾ ਕੇ ਆਪਾਂ ਕਿਸੇ ਨੂੰ ਆਪਾਂ ਉਹ ਬਣਾ ਲਾਂਗੇ। ਤਾਂ ਮੇਰਾ ਕਹਿਣਾ ਹੈ ਕਿ ਸਾਰੀਆਂ ਪਾਰਟੀਆਂ ਦੇ ਵਿੱਚ ਹੀ ਲੋਕ ਸ਼ਾਮਲ ਹੁੰਦੇ ਨੇ। ਜੇ ਭਾਰਤੀ ਜਨਤਾ ਪਾਰਟੀ 'ਚ ਲੋਕ ਸ਼ਾਮਲ ਹੋ ਗਏ ਨੇ, ਉਹਨਾਂ ਦਾ ਵੈਲਕਮ, ਜੀ ਆਇਆ। ਜੇ ਉਹਨਾਂ ਨੂੰ ਵਿਚਾਰਧਾਰਾ ਚੰਗੀ ਲੱਗੀ ਤੇ ਉਹ ਫੇਰ ਹੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਏ ਨੇ, ਕੋਈ ਕਿਸੇ ਦੇ ਧੱਕੇ ਜਾਂ ਕਿਸੇ ਦੇ ਨਾਲ ਦਬਾਅ ਹੇਠਾਂ ਥੋੜਾ ਆਏ ਨੇ। ਸੋ ਤੁਸੀਂ ਆਹ ਦੇਖ ਲਓ, ਆਹ 2 ਦਿਨਾਂ ਦੇ ਵਿੱਚ, ਅਗਲਿਆਂ ਦੇ ਦਿਨਾਂ ਦੇ ਵਿੱਚ ਵੀ ਬਹੁਤ ਲੋਕ ਜਿਹੜੇ ਹੈਗੇ ਆ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਣ ਜਾ ਰਹੇ ਨੇ। ਸੋ ਇਹ ਸ਼ਾਮਲ ਹੋਣਾ, ਪਾਰਟੀਆਂ ਦੇ ਵਿੱਚ ਨਾ ਹੋਣਾ, ਇਹਦਾ ਇੱਕ ਟ੍ਰੈਂਡ ਹੈ, ਇਹਦਾ ਪਾਰਟੀਆਂ ਦਾ ਬਣਿਆ ਰਹਿੰਦਾ। ਸੋ ਇਸ ਕਰਕੇ ਮੇਰਾ ਕਹਿਣਾ ਇਹ ਹੈ। ਮੇਰਾ ਇੱਕ ਸਵਾਲ ਹੈ ਜੀ ਸੋਢੀ ਸਾਹਿਬ ਨੂੰ ਆਪਣੀ ਗੱਲ, ਸੋਢੀ ਸਾਹਿਬ ਤੁਸੀਂ ਆਪਣੀ ਗੱਲ ਮੁਕੰਮਲ ਕਰ ਰਹੇ ਸੀ। ਹਾਂ, ਮੈਂ ਗੱਲ ਇਹੀ ਕਰ ਰਿਹਾ ਸੀ ਜੀ ਕਿ ਜਿਹੜਾ ਕਿਸਾਨ ਅੰਦੋਲਨ ਹੈ, ਕਿਸਾਨ ਅੰਦੋਲਨ ਦੇ ਵਿੱਚ ਜਿੰਨੇ ਵਾਰ ਦੀ ਮੀਟਿੰਗ ਹੋਈ ਹੈ ਔਰ ਜਿੰਨੇ ਵਾਰੀ ਕੇਂਦਰ ਨੇ ਇਹ ਗੱਲ ਕਹਿ ਵੀ ਦਿੱਤੀ ਕਿ ਅਸੀਂ ਖੁੱਲੇ ਮਨ ਨਾਲ ਗੱਲ ਕਰਨ ਨੂੰ ਤਿਆਰ ਹਾਂ, ਮੈਂ ਸਾਡੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਇਹ ਮਸਲਾ ਹੈ ਇਹ ਟੇਬਲ ਟਾਕ ਤੇ ਹੀ ਹੱਲ ਹੋਣਾ ਹੈ। ਇਹ ਇਕੱਲੇ ਕਾਨੂੰਨਾਂ ਦੇ ਨਾਲੋਂ ਜਿਹੜੀਆਂ ਕਿਸਾਨਾਂ ਦੀਆਂ ਹੋਰ ਸਮੱਸਿਆਵਾਂ ਨੇ,
ਚਾਹੇ ਕਿਸਾਨਾਂ ਦੇ ਮਨਾਂ 'ਚ ਹੈ ਕਿ ਜਿਹੜੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ 'ਚ ਕੋਈ ਕਮੀ ਲੱਗਦੀ ਹੈ ਉਹ ਹੱਲ ਕਰਵਾ ਲੈਣ, ਕੋਈ ਕਿਸਾਨਾਂ ਦੇ ਨਾਲ ਕਰਜ਼ੇ ਦੀ ਸੰਬੰਧ ਦੀ ਗੱਲ ਹੈ ਉਹ ਹੱਲ ਕਰਵਾ ਲੈਣ, ਕੋਈ ਸਬਸਿਡੀਆਂ ਦਾ ਮਸਲਾ ਹੈ ਉਹ ਹੱਲ ਕਰਵਾ ਲੈਣ। ਕੇਂਦਰ ਸਰਕਾਰ ਕਿਸਾਨ ਹਿੱਤ ਦੇ ਵਿੱਚ ਸਾਰੀਆਂ ਗੱਲਾਂ ਮੰਨਣ ਨੂੰ ਤਿਆਰ ਹੈ। ਕਿਸਾਨਾਂ ਨੂੰ ਵੀ ਟੌਕ ਤੇ ਬੈਠ ਕੇ ਗੱਲ ਕਰਨ ਦੇ ਵਿੱਚ ਹੀ ਜਿਹੜਾ ਹੈਗਾ ਮਸਲਾ ਹੱਲ ਹੋਣਾ ਹੈ। ਓਕੇ, ਥੈਂਕ ਯੂ ਵੈਰੀ ਮਚ। ਕੰਗ ਸਾਹਿਬ, ਤੁਸੀਂ ਸੋਢੀ ਸਾਹਿਬ ਦੇ ਬਾਰੇ 'ਚ ਆਪਣਾ ਕੋਈ ਕਮੈਂਟ ਦੇਣਾ ਚਾਹੁੰਦੇ ਸੀ ਉਹਨਾਂ ਦੇ ਜਵਾਬ ਤੇ? ਸਵਾਲ ਕਰਨਾ ਚਾਹੁੰਦਾ। ਸੋਢੀ ਸਾਹਿਬ ਕਹਿੰਦੇ ਵੀ ਬੜੀ ਇਹਨਾਂ ਨੇ ਗੱਲ ਕੀਤੀ ਆ ਵੀ ਪਿੱਛੇ ਕੋਈ ਜਥੇਬੰਦੀਆਂ 'ਚ ਕੰਮ ਕਰਦੇ ਰਹੇ ਹੋਣਗੇ, ਤੇ ਜੇ ਭਾਜਪਾ ਅੱਜ ਆਪਣਾ ਓਪੀਨੀਅਨ ਚੇਂਜ ਕਰ ਰਹੀ ਹੈ ਤੇ ਭਾਜਪਾ ਇਹ ਵੀ ਸਟੈਂਡ ਕਲੀਅਰ ਕਰੇ ਵੀ ਭਾਈ ਅਮਰੀਕ ਸਿੰਘ ਬਾਰੇ ਇਹਨਾਂ ਦਾ ਕੀ ਸਟੈਂਡ ਹੈ, ਸੰਤ ਜਰਨੈਲ ਸਿੰਘ ਬਾਰੇ ਇਹਨਾਂ ਦਾ ਕੀ ਸਟੈਂਡ ਹੈ, ਕਿਉਂਕਿ ਉਹਨਾਂ ਦੀ ਜਥੇਬੰਦੀ 'ਚ ਜਿਹੜੇ ਬੰਦੇ ਨੇ ਕੰਮ ਕੀਤਾ ਆ ਉਹਨੂੰ ਇਹ ਕਹਿ ਰਹੇ ਆ ਵੀ ਉਹ ਨਵੀਂ ਰਾਜਨੀਤੀ ਸ਼ੁਰੂ ਕਰ ਰਿਹਾ ਹੈ। तो इस करके ये भाजपा ने क्या उन्होंने भी अपना स्टैंड हुण बदल लिया कि उही आ। इस करके मैं कह रहा ये सारा जिहड़ा ड्रामा रचिया जा रहा इलैक्शन नूं वेख के रचिया जा रहा। अज तो पंजाब च किसी तरह की कोई इन्हां नूं हिमायत नहीं मिल रही। पंजाब च इन्हां नूं लोग इन्हां दे विच काम करन वाले छड्ड के पंजाब दे किसानां दी इह गल कर रहे भी असीं हर तरीके दी जिहड़ी उन्हां दी समस्या हल करना चाहुंदे आ। जे तुहानूं पता ही है सारियां समस्या सबसिडी दी आ, फलानी आ, टकानी आ, खाद दी आ, डीजल दी आ, पेट्रोल दी आ, ते फिर इहदे लई तुहानूं सद्दा देण दी की लोड़ है? तुसीं इहनूं ऑलरेडी किसान ते डिमांड कर ही चुके, मसला हल करो ते किसान अंदोलन खत्म होवे ते किसानी जिहड़े बिल तुसीं बनाए एंटी फार्मर उन्हां नूं वापस लाओ ते सारे अपने अपने घरों वापस होण ते फिर मसला ही निपटदा है। थैंक यू वेरी मच, थैंक यू कंग साहब। सोढी साहब, मैं सिंघड़ा साहब तो जवाब जरूर लेना, पर क्योंकि गल तुहाडे नाल जुड़दी है, उन्होंने कहा कि तुसीं कह रहे हो कि पिछले जिहड़े लहर नाल जुड़े कोई लोग नेता लै ले ते की गलत गल कीती है। कंग साहब ने सवाल खड़ा किया है। फिर जिहड़ा भाजपा संत जरनैल सिंह पिंडरां वाले भी बारे भी अपनी गल नीति स्पष्ट करे कि उहदे बारे की कहना चाहेगी। देखो, मेरा कहना यह है जी, मैं भारतीय जनता पार्टी हमेशा पंजाब आज़ादी लई भारतीय जनता पार्टी काम करती है। मैं ये गल कहना कि किसी नूं भी आपां अखौती सिख कहिए जां नकली सिख कहिए, ये गल शोभा नहीं दिंदी। जे किसी व्यक्ति का मन बनिया वो व्यक्ति पार्टी च आया है तो सारियां पार्टियां जिहड़े हैगे जी वो अपने ते बंदे शामिल करदियां। लेकिन मैं जगतार जी एक गल कहनी चाहुंदा है कि मैं बड़े दावे नाल कह सकदा कि आउण वाले दिनां दे विच जिहड़ा किसान अंदोलन है वो बिल्कुल खत्म हो जाना है। केंद्र बड़ा सुहिरत है। जिहड़ा अपने पुरी साहब ने बेनती कीती है ਜਾਂ ਕੋਮਰ जी ने बेनती की है। देखो, तुसीं एक गल सुनो, पहला 32 किसान जथेबंदियां दे विचों 17 किसान जथेबंदियां हक च नहीं सी और 15 हक दे विच हो गईयां सी। तो मेरा कहना, मैं कंग साहब ये गल कही है कि किसानां दे मसले होर भी ने कि किसान भरा साडे बैठ के जिहड़ियां किसानां दीयां होर समस्यावां ने वो भी जिहड़ियां हल उन्हां नूं हल किसानां दा भी भला इहदे विच हो जाना है और उहदे नाल किसान दी तरक्की होनी है। जी जी, सोढी साहब बिल्कुल सही है, पर उन्होंने संत जरनैल सिंह पिंडरां वाला बारे भाजपा की नीति बारे सवाल उठाया कि जे आपां फैडरेशन के पुराने आगूआं नूं शामिल करते हैं तो फिर संत पिंडरां वाले बारे की नीति होएगी भाजपा की? प्लीज इहदे बारे कुछ कहना चाहोगे या नहीं? देखो, मैं इहदे उत्ते कोई कमेंट नहीं करना चाहुंदा। मैं तो ये चाहुंदा जी कि जिहड़ा बंदा किसी पार्टी दे विच जांदा है वो सोच के जांदा कि मैं इहदी विचारधारा नूं मनना है कि नहीं मनना। जे वो विचारधारा नूं मनदे ने फिर वो जिहड़े पार्टी शामिल होए ने। जी जी, थैंक यू वेरी मच। सिंघड़ा साहब, बहुत अहम सवाल है। सोढी साहब ने कहा कि मसला हल कराउण दे बारे बहुत वड्डी संजीदगी नाल गल कीती जा रही है। पुरी साहब ने जो कहा उहदे तो भी इस गल दा संकेत है। पर सिंघड़ा जी, एक सीधा सवाल है, 500 तो उपर किसान शहादत दे गया, तिन्ने खेती कानून रद्द करवाए बगैर की किसान नेता किसी होर समझौते ते आ सकते हैं? जिद्दां सोढी साहब ने कहा, तुहाडा भी बड़ा लंबा तजर्बा है सिंघड़ा जी। सिद्धू साहब, सोढी साहब तो बार बार कह रहे हैं, मैं पहला ही इन्हां दी गल कही आ कि सुहिरद माहौल बनाउण विच सानूं कोई ऑब्जैक्शन नहीं है। असीं तां खुश होवांगे, माहौल बनाओ, मसले दा हल करो। पर सोढी साहब ने जिहड़े कंग साहब ने दूजे मेन मुद्दे उठाए सी उन्हां बारे कोई जवाब नहीं दिता हैगा कि कानून विच इलीगैलिटी दा एक कंग साहब ने दसी आ, 2 मैं होर दस दिना, 10 नुक्स भी होर दस दूंगा। 13 नुक्स ने इन्हां कानूनां च। स्टेट का सबजैक्ट है, केंद्र नूं कानून बनाने का अधिकार नहीं है। क्यों बनाए कानून? इलीगल है। नंबर 2 ते कोविड-19 च लोग सारे घरां च बंद करते, किहड़ी एमरजेंसी लगी सी जिहड़ा तुहानूं ऑर्डीनेंस जारी करना पै गया 5 जून 2020 नूं? वो एक इलीगैलिटी है। कोई अपना जिहड़ा ऑर्डीनेंस जारी करने का मतलब ही कोई नहीं सीगा।
ਤੀਜੀ ਗੱਲ, ਰਾਜ ਸਭਾ 'ਚ ਬੀਜੇਪੀ ਦੀ ਮੈਜੋਰਿਟੀ ਨਹੀਂ ਹੈ। ਵੋਇਸ ਆਫ ਵੋਟ ਨਾਲ ਇਹਨਾਂ ਨੇ ਪਾਸ ਕੀਤੇ ਕਾਨੂੰਨ ਧੱਕੇ ਨਾਲ। ਸਾਡੀ ਪਾਰਟੀ ਤੇ ਹੋਰ ਵੀ MP ਜਿਹੜੇ ਆ ਉਹ ਰੌਲਾ ਪਾਉਂਦੇ ਮਰ ਗਏ ਕਿ ਵੋਟਿੰਗ ਕਰਾਓ। ਇਹਨਾਂ ਨੇ ਵੋਟਿੰਗ ਨਹੀਂ ਕਰਾਈ, ਪ੍ਰੋਕਸੀ ਵੋਟ ਨਾਲ, ਵੋਇਸ ਵੋਟ ਨਾਲ ਪਾਸ ਕਰਕੇ ਰੌਲਾ ਪਾਤਾ, ਪਾਸ ਹੋ ਗਏ। ਥੈਂਕ ਯੂ, ਆਪਾਂ ਜਵਾਬ ਲੈ ਲਈਏ ਕਿ ਆਮ ਆਦਮੀ ਪਾਰਟੀ ਦੇ ਸਾਡੇ MP ਸੰਜੇ ਸਿੰਘ ਹੁਣਾਂ ਨੂੰ ਮਾਈਕ ਭੰਨਣ ਦੇ ਦੋਸ਼ ਹੇਠ ਮੁਅੱਤਲ ਵੀ ਕਰ ਦਿੱਤਾ ਸੀਗਾ ਥੋੜੇ ਦਿਨਾਂ ਲਈ। ਅਸੀਂ ਬਹੁਤ ਰੌਲਾ ਪਾਇਆ ਕਿ ਵੋਟਿੰਗ ਕਰਾਓ। ਜੀ ਸਿੰਘੜਾ ਸਾਹਿਬ, ਬਿਲਕੁਲ ਉਸ ਇਸ਼ੂ ਤੇ ਆਪਾਂ ਪਹਿਲਾਂ ਵੀ ਡਿਬੇਟ ਕਰ ਚੁੱਕੇ ਹਾਂ, ਸਮਾਂ ਨਹੀਂ ਹੈ। ਹੋਰ ਨੁਕਸ ਨੇ ਸਿੱਧੂ ਸਾਹਿਬ, 10 ਹੋਰ ਨੁਕਸ ਨੇ। ਕਿਸਾਨ ਕਿੱਦਾਂ ਇਲੀਗਲ ਕਾਨੂੰਨਾਂ ਨੂੰ ਮੰਨ ਲੈਣਗੇ ਵਿੱਚ? ਓਕੇ, ਥੈਂਕ ਯੂ, ਤੁਹਾਡੀ ਗੱਲ ਆ ਗਈ। ਚਾਂਸ ਹੈਗੇ ਬੰਦੇ ਤੁਹਾਡੀ ਗੱਲ ਆ ਗਈ। ਇਹਨਾਂ ਦੇ ਲੀਡਰਾਂ ਨੂੰ, ਪੰਜਾਬ ਦਿਆਂ ਨੂੰ ਕਾਂਗਰਸ ਸਾਹਿਬ ਵਾਂਗੂ ਪਾਰਟੀ ਛੱਡਣੀ ਚਾਹੀਦੀ ਆ, ਜਾਂ ਕੇਂਦਰ ਵਾਲਿਆਂ ਨੂੰ ਕਹੋ ਜਾ ਕੇ ਵੀ ਜਾਂ ਸਾਨੂੰ ਪਾਰਟੀ ਚੋਂ ਕੱਢ ਦਿਓ, ਨਹੀਂ ਤਾਂ ਕਾਨੂੰਨ ਰੱਦ ਕਰੋ, ਫੇਰ ਮਸਲਾ ਹੱਲ ਹੋਣਾ। ਸਾਹਿਬ ਜੀ ਬਿਲਕੁਲ, ਥੈਂਕ ਯੂ ਵੈਰੀ ਮਚ। ਛੋਟੀ ਸਾਹਿਬ, ਸਵਾਲ ਤੁਹਾਡੇ ਤੋਂ ਬਣਦਾ ਹੈ ਇਸ ਮੁੱਦੇ ਦੇ ਉੱਤੇ। ਸਿੰਗੜਾ ਸਾਹਿਬ ਨੇ ਕਿਹਾ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਖੇਤੀ ਦਾ ਸੂਬਿਆਂ ਦਾ, ਤਾਂ ਕੇਂਦਰ ਨੇ ਕਿਉਂ ਪੰਗਾ ਲਿਆ, ਤਾਂ ਹੁਣ ਪੰਜਾਬ ਵਾਲਿਆਂ ਦੀ ਘੱਟੋ ਘੱਟ ਜ਼ਿੰਮੇਵਾਰੀ ਬਣਦੀ ਹੈ ਇਸ ਮਾਮਲੇ ਤੇ ਸਟੈਂਡ ਲੈਣ। ਜੇ ਸਿਰਦ ਮਾਹੌਲ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਕੇਂਦਰ ਦਾ ਅਧਿਕਾਰ ਹੀ ਨਹੀਂ ਸੀ, ਕਿਉਂ ਉਸ ਅਧਿਕਾਰ 'ਚ ਦਖਲਅੰਦਾਜ਼ੀ ਕਰਕੇ ਫੈਡਰਲ ਢਾਂਚੇ ਨੂੰ ਵੀ ਖੋਰਾ ਲਾਇਆ ਔਰ ਕਿਸਾਨਾਂ ਲਈ ਵੀ ਐਡੀ ਵੱਡੀ ਸਮੱਸਿਆ ਖੜੀ ਹੋਈ ਹੈ। ਜੀ ਸੋਢੀ ਸਾਹਿਬ। ਦੇਖੋ ਜਗਤਾਰ ਜੀ, ਗੱਲ ਸੰਘੇੜਾ ਸਾਹਿਬ ਨੇ ਜਿਹੜੀ ਕੀਤੀ ਹੈ, ਮੈਂ 2-3 ਗੱਲਾਂ ਦੇ ਜਵਾਬ ਦੇਣੇ ਨੇ। ਪਹਿਲੀ ਗੱਲ, ਸੰਖੇਪ ਦੇ ਵਿੱਚ ਆਪਣੇ ਕੋਲ ਸਮਾਂ ਘੱਟ ਹੈ, ਸੰਖੇਪ ਸੋਢੀ ਸਾਹਿਬ। ਪਹਿਲੀ ਗੱਲ ਤਾਂ ਜਿਹੜਾ APMC ਐਕਟ ਪੰਜਾਬ ਦਾ ਹੈ ਜੀ, ਉਹਨੂੰ ਛੇੜੇ ਨਹੀਂ ਗਿਆ। ਉਹਦੇ ਬਰਾਬਰ ਇੱਕ ਵਿਕਲਪ ਦਿੱਤਾ ਜੀ। ਛੋਟੀ ਸਾਹਿਬ, ਕਿਸਾਨ ਦੀ ਮਰਜ਼ੀ ਹੈ, ਕਿਸਾਨ ਪ੍ਰਾਈਵੇਟ ਮੰਡੀ ਜਾਵੇ, ਕੰਟਰੈਕਟ ਖੇਤੀ ਕਰੇ ਨਾ ਕਰੇ, ਕਿਸਾਨ ਦੇ ਉੱਪਰ ਕਿਸੇ ਗੱਲ ਦਾ ਕੋਈ ਦਬਾਅ ਨਹੀਂ ਹੈ। ਕਿਸਾਨ ਨੂੰ ਖੁੱਲਾ ਛੱਡਿਆ ਗਿਆ। ਕਾਨੂੰਨ ਉਹ ਹੁੰਦਾ ਲਾਗੂ ਜਿਹਦੇ ਉੱਪਰ ਇਹਨੂੰ ਬੰਦਾ ਵੀ ਖੇਤੀ ਕਰਨੀ ਹੈ, ਤੂੰ ਪ੍ਰਾਈਵੇਟ ਨੂੰ ਵੇਚਣੀ ਹੈ। ਇਹਦੇ ਵਿੱਚ ਬਿਲਕੁਲ ਵਿਕਲਪ ਦਿੱਤਾ ਗਿਆ। ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ, ਚਾਹੇ ਉਹ ਕਾਂਗਰਸ ਦਾ ਚੋਣ ਮੈਨੀਫੈਸਟੋ ਚੱਕ ਲਓ ਤੁਸੀਂ 2019 ਵਾਲਾ, 2017 ਦੇ ਵਿੱਚ ਵਿਸ਼ੇ ਤੇ ਆਓ। ਖੇਤੀਬਾੜੀ ਵਿਸ਼ਾ ਸੂਬਿਆਂ ਦਾ ਵਿਸ਼ਾ ਕਿ ਕੇਂਦਰ ਦਾ ਵਿਸ਼ਾ? ਸੰਵਿਧਾਨ ਦੇ ਅਨੁਸਾਰ ਬਾਬਾ ਸਾਹਿਬ ਅੰਬੇਦਕਰ ਦੀ ਰਚਨੇ ਸੰਵਿਧਾਨ ਦੇ ਅਨੁਸਾਰ। ਜਗਤਾਰ ਜੀ, ਮੇਰੇ ਸੰਘੇੜਾ ਸਾਹਿਬ, ਮੇਰੀ ਸੰਘੇੜਾ ਸਾਹਿਬ ਨੂੰ ਬੇਨਤੀ ਹੈ, ਮੇਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬੇਨਤੀ ਹੈ, ਮੇਰੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਬੇਨਤੀ ਹੈ, ਜੇ ਇਹਨਾਂ ਨੂੰ ਲੱਗਿਆ ਕਿ ਕੇਂਦਰ ਦਾ ਅਧਿਕਾਰ ਨਹੀਂ ਹੈ, ਉੱਥੇ ਜਾ ਕੇ ਸਟੇ ਲੈ ਲੈਣ। ਕਿਉਂ ਨਹੀਂ ਜਾਂਦੇ ਸੁਪਰੀਮ ਕੋਰਟ? ਇਹ ਵੀ ਕੇਂਦਰ ਰਾਜਾਂ ਦੇ ਹੱਕ ਦੇ ਵਿੱਚ ਜਿਹੜਾ ਹੈਗਾ ਸਟੇਟਾਂ ਦੇ ਅਧਿਕਾਰ ਮਾਰ ਰਿਹਾ, ਜਾ ਕੇ ਸੁਪਰੀਮ ਕੋਰਟ ਚਲੇ ਜਾਣ। ਤੁਸੀਂ ਜਵਾਬ ਵੱਖਰਾ ਇਸ਼ੂ ਹੈ, ਉਹ ਅਸੀਂ ਦੇਖਾਂਗੇ ਕਿ ਜਾਣਾ ਕਿ ਨਹੀਂ ਜਾਣਾ। ਤੁਸੀਂ ਜਵਾਬ ਛੋਟੀ ਸਾਹਿਬ ਵੱਖਰਾ ਇਸ਼ੂ ਹੈ, ਪਰ ਜਦੋਂ ਮੈਂ ਦੱਸਦਾ ਜੀ APMC ਛੋਟੀ ਸਾਹਿਬ ਉਹ ਵੱਖਰਾ ਇਸ਼ੂ, ਆਪਣੇ ਕੋਲ ਸਮਾਂ ਨਹੀਂ ਹੈ। ਛੋਟੀ ਸਾਹਿਬ, ਸਵਾਲ ਤਾਂ ਇਹ ਹੈ ਕਿ ਕੇਂਦਰ ਨੇ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ, ਮਸਲਾ ਤਾਂ ਹੁਣ ਉੱਥੇ ਆ ਕੇ ਨਿਕਲਣਾ ਹੈ। ਸੁਪਰੀਮ ਕੋਰਟ ਵਾਲੇ ਪਾਸੇ ਨੂੰ ਨਾ ਕਿਸਾਨ ਜਾ ਰਹੇ ਹੈ, ਨਾ ਕੋਈ ਪੋਲੀਟੀਕਲ ਧਿਰਾਂ ਜਾ ਰਹੀਆਂ। ਹੁਣ ਮਾਮਲਾ ਤਾਂ ਆ ਕੇ ਗੱਲ ਜਿਹੜੀ ਹੈਗੀ ਹੈ ਕੇਂਦਰ ਤੇ ਕਿਸਾਨ ਜਥੇਬੰਦੀਆਂ ਦੇ ਵਿਚਕਾਰ ਹੈ। 2 ਲਾਈਨਾਂ 'ਚ ਇਸ ਮੁੱਦੇ ਤੇ ਮੈਂ ਤੁਹਾਡਾ ਜਵਾਬ ਚਾਹਾਂਗਾ। ਜੀ ਸੋਢੀ ਸਾਹਿਬ। ਮੇਰਾ ਕਹਿਣਾ ਇਹ ਹੈ, ਸਿੱਧੂ ਸਾਹਿਬ ਜਿਹੜੀਆਂ ਗੱਲਾਂ ਸੰਘੇੜਾ ਸਾਹਿਬ ਕਹਿ ਦਿੰਦੇ ਆ ਵੀ ਉਹਦੇ ਵਿੱਚ ਮਤਲਬ ਜਿਹੜੀਆਂ ਖਾਮੀਆਂ ਨੇ, ਕੇਂਦਰ ਸਰਕਾਰ ਨੇ ਜਦੋਂ ਇਹ ਗੱਲ ਕਹਿ ਦਿੱਤੀ ਕਿ ਜਿਹੜੀਆਂ ਵੀ ਅਮੈਂਡਮੈਂਟ ਸੋਧਾਂ ਤੁਸੀਂ ਕਰਾਉਣੀਆਂ, ਉਹ ਅਸੀਂ ਸੋਧਾਂ ਸਾਰੀਆਂ ਕਰਨ ਨੂੰ ਤਿਆਰ ਆ। ਉਹਨਾਂ ਨੇ ਖੁੱਲੇ ਮਨ ਨਾਲ ਇਹ ਗੱਲ ਕਹਿ ਦਿੱਤੀ। ਜਦੋਂ ਉਹ ਸਾਰੀਆਂ ਸੋਧਾਂ ਕਰਨ ਨੂੰ ਤਿਆਰ ਨੇ, ਤੇ ਜੇ ਫਿਰ ਕੋਈ ਸਿੱਧੂ ਸਾਹਿਬ ਕਿਸੇ ਗੱਲ ਦੇ ਵਿੱਚ ਕੋਈ ਨੁਕਸ ਹੁੰਦਾ ਮੰਨ ਲਓ, ਜਾਂ ਕਿਸੇ ਦੇ ਮਾਨ ਸਨਮਾਨ ਲਈ ਆਪਾਂ ਚੀਜ਼ਾਂ ਐਡ ਕਰਨੀ, ਤੇ ਜਦੋਂ ਕੇਂਦਰ ਸਰਕਾਰ ਖੁੱਲੇ ਮਨ ਨਾਲ ਕਹਿ ਰਹੀ ਹੈ, ਚਲੋ ਦੂਜੇ ਪਾਸੇ ਜਿਹੜੀ ਕਿਸਾਨਾਂ ਨੂੰ ਪ੍ਰਪੋਜ਼ਲ ਦਿੱਤੀ ਸੀ ਕਿ ਅਸੀਂ ਕਾਨੂੰਨਾਂ ਦੇ ਉੱਪਰ ਜਿਹੜੀ ਹੈਗੀ ਆ ਸਟੇ ਕਰ ਦਿੰਦੇ ਨੇ, ਬਾਕੀ ਕਮੇਟੀ ਬਣਾ ਲਓ, ਜੇ ਕਮੇਟੀ ਕਹੂਗੀ ਤਾਂ ਅਸੀਂ ਹੋਰ ਸਟੇ ਕਰ ਦਿਆਂਗੇ, ਤੇ ਫਿਰ ਆਖਰ ਤਾਂ ਗੱਲਬਾਤ ਬੈਠ ਕੇ ਹੱਲ ਹੋਣੀ ਹੈ ਨਾ। ਜੇ ਛੋਟੀ ਸਾਹਿਬ ਇਸ ਗੱਲ ਤੇ ਆਪਾਂ ਨਜ਼ਰਾਂ ਰੱਖੀਏ ਕਿ ਗੱਲਬਾਤ ਚੋਂ ਕੋਈ ਸਾਰਥਕ ਸਿੱਟੇ ਨਿਕਲਣ ਦੀ ਉਮੀਦ ਰੱਖਣ ਪੰਜਾਬੀ। ਇਹਦੇ ਬਾਰੇ ਹਾਂ ਜਾਂ ਨਾ 'ਚ ਜਵਾਬ ਦੇ ਦਿਓ ਛੋਟੀ ਸਾਹਿਬ। ਬਿਲਕੁਲ ਜੀ, ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਿਸ ਤਰ੍ਹਾਂ ਦਾ ਮਾਹੌਲ ਹੁਣ ਬਣਿਆ, ਗੱਲਬਾਤ ਉੱਠੀ ਹੈ, ਜੋ ਸਮਾਂ ਬੀਤ ਗਿਆ, ਲੇਕਿਨ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਬੜਾ ਸੁਨਹਿਰੀ ਹੈ ਔਰ ਕਿਸਾਨਾਂ ਦਾ ਮਸਲਾ ਹੱਲ ਹੋਊਗਾ। ਵਿਰੋਧੀ ਪਾਰਟੀਆਂ ਆਪ ਦੀ ਚਿੰਤਾ ਕਰਨ, ਉਹ ਕਿਸਾਨਾਂ ਦੀ ਚਿੰਤਾ ਨਾ ਕਰਨ, ਅਸੀਂ ਆਪੇ ਨਿਬੇੜਾਂਗੇ। ਥੈਂਕ ਯੂ। ਕੰਗ ਸਾਹਿਬ, ਲਾਸਟ ਕਮੈਂਟ ਇਸ ਮੁੱਦੇ ਤੇ, ਕਿਸਾਨ ਅੰਦੋਲਨ ਨੂੰ ਲੈ ਕੇ ਗੱਲਬਾਤ ਦੇ ਮੁੱਦੇ ਤੇ। 500 ਕਿਸਾਨਾਂ ਦੀ ਸ਼ਹਾਦਤ, ਕਿਸਾਨ ਕਹਿ ਰਹੇ 3 ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹੈ। ਸੋਢੀ ਸਾਹਿਬ ਦਾ ਦਾਅਵਾ ਹੈ ਕਿ ਛੇਤੀ ਇਸ ਮਸਲੇ ਦਾ ਹੱਲ ਹੋਣ ਜਾ ਰਿਹਾ ਹੈ। ਲਾਸਟ ਕਮੈਂਟ ਕੰਗ ਸਾਹਿਬ। ਦੇਖੋ ਜੀ, ਇਹ
ਯੂਪੀ 'ਚ ਰਾਜਨੀਤਿਕ ਨੁਕਸਾਨ ਹੋਣ ਕਰਕੇ ਬੀਜੇਪੀ ਦਾ ਇੱਕ ਧੜਾ ਚਾਹੁੰਦਾ ਹੈ ਵੀ ਇਹ ਵਾਪਸ ਲੈ ਜਾਣ ਔਰ ਜਿਹੜੀ ਬੀਜੇਪੀ ਦੀ ਦੇਸ਼ ਦੀ ਸਰਕਾਰ ਹੈ ਇਹਦੇ ਬਹਾਨੇ ਪੰਜਾਬ 'ਚ ਵੀ ਰਾਜਨੀਤਿਕ ਜ਼ਮੀਨ ਤਲਾਸ਼ ਰਹੀ ਆ, ਹੋਰ ਕੁਛ ਨਹੀਂ ਆ, ਸੁਹਿਰਦਤਾ ਕੋਈ ਨਹੀਂ ਆ। ਹੁਣ ਇਹਨਾਂ ਨੂੰ ਦਿਖਣ ਲੱਗ ਗਿਆ ਵੀ ਯੂਪੀ ਉੱਤਰਾਖੰਡ 'ਚ ਵੀ ਇਹੀ ਬੁਰੀ ਤਰ੍ਹਾਂ ਹਾਰਨਾ ਹੈ, ਇਸ ਕਰਕੇ ਕੋਈ ਨਾ ਕੋਈ ਇਹੋ ਜਿਹੀ ਪਹਿਲ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਲੇਕਿਨ ਮੋਦੀ ਸਾਹਿਬ ਦਾ ਹੰਕਾਰ ਔਰ ਇਸ ਸਰਕਾਰ ਦਾ ਹੰਕਾਰ ਹਜੇ ਤੱਕ ਜਿਹੜਾ ਹੈ ਓਕੇ, ਥੈਂਕ ਯੂ ਵੈਰੀ ਮਚ ਖਾਨ ਸਾਹਿਬ। ਜਾਣ ਤੋਂ ਬਾਅਦ ਵੀ ਇਹਨਾਂ ਦੀ ਕਿਸਾਨਾਂ ਦੇ ਪ੍ਰਤੀ ਕੋਈ ਹਮਦਰਦੀ ਨਹੀਂ ਹੈ। ਜੀ ਮਿਹਰਬਾਨੀ। ਇਸ ਅਹਿਮ ਮੁੱਦੇ ਤੇ ਆਉਣ ਲਈ ਮੈਂ ਤਿੰਨੇ ਹੀ ਆਪਣੇ ਮਹਿਮਾਨਾਂ ਦਾ, ਸੋਢੀ ਸਾਹਿਬ, ਸਿੰਗੜਾ ਜੀ, ਕੰਗ ਜੀ, ਬਹੁਤ ਬਹੁਤ ਧੰਨਵਾਦੀ ਹਾਂ। ਕਿਸਾਨ ਮੁੱਦੇ ਤੇ ਕੇਂਦਰ ਵੱਲੋਂ ਜਿਹੜੀ ਗੱਲਬਾਤ ਦੀ ਪੇਸ਼ਕਸ਼ ਨਵੇਂ ਸਿਰੇ ਤੋਂ ਕੀਤੀ ਗਈ ਹੈ, ਬਹਿਸ ਦੇ ਅੰਦਰ ਰਾਏ ਵੱਖੋ ਵੱਖਰੀ ਹੋ ਸਕਦੀ ਹੈ, ਪਰ ਇੱਕ ਗੱਲ ਜਿਹੜਾ ਬਹਿਸ ਦਾ ਕੇਂਦਰ ਬਿੰਦੂ ਉੱਭਰ ਕੇ ਸਾਹਮਣੇ ਆਇਆ ਕਿ ਜਿੱਥੋਂ ਤੱਕ ਸਹਿਰਦ ਮਾਹੌਲ ਬਣਾਉਣ ਦਾ ਸਵਾਲ ਹੈ, ਸਹਿਰਦ ਮਾਹੌਲ ਦੇ ਲਈ ਸਾਰੀਆਂ ਧਿਰਾਂ ਹਾਮੀ ਭਰਦੀਆਂ, ਪਰ ਸਵਾਲ ਫਿਰ ਉੱਥੇ ਆ ਕੇ ਟਿਕ ਜਾਂਦਾ ਹੈ ਕਿ ਕੀ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਏ ਤੋਂ ਬਗੈਰ ਕਿਸਾਨਾਂ 'ਚ ਸਹਿਮਤੀ ਹੋ ਸਕੇਗੀ? ਗੱਲਬਾਤ ਦੀ ਮੇਜ਼ ਤੇ ਬੈਠ ਕੇ ਕਿਵੇਂ ਮਸਲੇ ਦਾ ਹੱਲ ਨਿਕਲੇਗਾ? ਇਸ ਮੁੱਦੇ ਤੇ ਸਾਨੂੰ ਸਾਰਿਆਂ ਨੂੰ ਰਹੇਗਾ ਇੰਤਜ਼ਾਰ। ਇੱਕ ਵਾਰ ਮੈਂ ਮੁੜ ਕੇ ਤੁਹਾਡੇ ਸਾਰਿਆਂ ਵੱਲੋਂ ਆਪਣੇ ਤਿੰਨਾਂ ਹੀ ਸਤਿਕਾਰਯੋਗ ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।